हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅੱਜ ਅਸੀਂ ਕੁਝ ਇੰਪੋਰਟੈਂਟ ਟੌਪਿਕ ਨੇ ਜੋ ਨਿੱਕੇ ਨਿੱਕੇ ਜਿਹੇ ਨੇ ਪਰ ਇੰਪੋਰਟੈਂਟ ਕਾਫੀ ਨੇ, ਤੁਹਾਡੇ ਨੰਬਰ ਪੱਕੇ ਕਰਵਾ ਦੇਣਗੇ। ਜਿਵੇਂ ਕਿ ਕਨਵਰਜੈਂਟ ਥਿੰਕਿੰਗ, ਡਿਵਰਜੈਂਟ ਥਿੰਕਿੰਗ, ਕ੍ਰੀਏਟੀਵਿਟੀ, ਅੱਗੇ ਉਸ ਦੇ ਸਟੈਪਸ ਜਿਹਦੇ ਵਿੱਚੋਂ ਕੁਐਸਚਨ ਬਣਿਆ ਵੀ ਹੈ, ਪ੍ਰੀਵੀਅਸ ਈਅਰ ਦੇ ਕੁਝ ਕੁਐਸਚਨ ਡਿਸਕਸ ਕਰਾਂਗੇ। ਤਾਂ ਇਹ ਸਭ ਗੱਲਾਂ ਦੇ ਨਾਲ ਭਰਪੂਰ ਹੋਏਗੀ ਅੱਜ ਦੀ ਕਲਾਸ। ਤਾਂ ਸਟਾਰਟ ਕਰਦੇ ਹਾਂ ਜੀ ਥਾਟ ਯਾਨੀ ਕਿ ਥਿੰਕਿੰਗ। ਤਾਂ ਦੇਖੋ ਜੀ, ਥਿੰਕਿੰਗ ਜਾਂ ਥਾਟ ਇਹ ਮਤਲਬ ਇੱਕ ਅਜਿਹੀ ਸਥਿਤੀ ਹੈ, ਆਪਾਂ ਕੋਈ ਚਿੰਤਨ ਕਰ ਰਹੇ ਹਾਂ, ਮਤਲਬ ਕਿਸੇ ਸਮੱਸਿਆ ਦੇ ਹੱਲ ਨੂੰ ਬਾਰੇ ਆਪਾਂ ਸੋਚ ਰਹੇ ਹਾਂ, ਉਹ ਕੀ ਹੈ? ਚਿੰਤਨ ਹੈ। ਕਿਸੇ ਸਮੱਸਿਆ ਦੇ ਹੱਲ ਲਈ ਸੋਚਣਾ, ਵਿਚਾਰ ਕਰਨਾ, ਇਹ ਕੀ ਹੈ? ਚਿੰਤਨ ਹੈ। ਫੋਰ ਐਗਜ਼ਾਮਪਲ, ਤੁਹਾਡੇ ਸਾਹਮਣੇ ਕੋਈ ਸਮੱਸਿਆ ਸੀ, ਤੁਸੀਂ ਸੋਚਿਆ ਵੀ ਇਹ ਸਮੱਸਿਆ ਕਿਉਂ ਆਈ, ਇਸ ਦਾ ਕਿਵੇਂ ਹੱਲ ਹੋਊਗਾ, ਇਹ ਸਮੱਸਿਆ ਦੇ ਕੀ ਕਾਰਨ ਸੀ। ਤਾਂ ਇਹ ਸਭ ਚਿੰਤਨ ਹੈ, ਥਿੰਕਿੰਗ ਹੈ, ਥਾਟਸ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਸਾਈਕੋਲੋਜਿਸਟ JP ਗਿਲਫੋਰਡ ਨੇ ਇਸ ਕਨਸੈਪਟ ਨੂੰ ਕਹਿ ਲਓ ਜਾਂ ਥਿੰਕਿੰਗ ਨੂੰ ਦੋ ਤਰੀਕਿਆਂ ਨਾਲ ਡਿਸਕ੍ਰਾਈਬ ਕੀਤਾ ਹੈ। ਕਹਿ ਸਕਦੇ ਹਾਂ ਡਿਵਰਜੈਂਟ ਥਿੰਕਿੰਗ ਅਤੇ ਕਨਵਰਜੈਂਟ ਥਿੰਕਿੰਗ। ਮੈਂ ਤੁਹਾਨੂੰ ਪ੍ਰੈਫਰ ਕਰਾਂਗਾ ਕਿ ਪਲੀਜ਼ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਹੀ ਤੁਸੀਂ ਯਾਦ ਕਰ ਲਓ, ਕਿਉਂਕਿ ਕਨਵਰਜੈਂਟ ਅਤੇ ਡਿਵਰਜੈਂਟ ਜੇ ਤੁਸੀਂ ਨਾਲ ਪੰਜਾਬੀ 'ਚ ਜਾਂ ਹਿੰਦੀ 'ਚ ਮਤਲਬ ਕਰਨ ਬਹਿ ਜਾਂਦੇ ਹੋ ਤਾਂ ਕਈ ਵਾਰ ਉੱਥੇ ਗੜਬੜ ਕਰ ਬੈਠਦੇ ਹੋ, ਠੀਕ ਹੈ। ਅਤੇ ਇੱਕ ਗੱਲ ਹੋਰ, ਜਿਹੜੀ ਮੰਨਣਯੋਗ ਹੁੰਦੀ ਹੈ ਉਹ ਇੰਗਲਿਸ਼ ਹੁੰਦੀ ਹੈ, ਜੇਕਰ ਦੋਨੇ ਮੀਡੀਅਮ ਦੇ ਵਿੱਚੋਂ ਕਿਸੇ 'ਚ ਗੜਬੜ ਪਾਈ ਜਾਵੇ, ਠੀਕ ਹੈ। ਤਾਂ ਇੰਗਲਿਸ਼ ਦੇ ਵਿੱਚ ਹੀ ਮੈਂ ਤੁਹਾਨੂੰ ਦੋਨੇ ਕਹਾਂਗਾ, ਡਿਵਰਜੈਂਟ ਅਤੇ ਕਨਵਰਜੈਂਟ। ਇਹ ਕਨਸੈਪਟ ਦਿੱਤਾ ਗਿਆ ਸੀ ਗਿਲਫੋਰਡ ਦੇ ਦੁਆਰਾ। ਹੁਣ ਅਸੀਂ ਡਿਟੇਲ ਦੇ ਵਿੱਚ ਸਮਝਦੇ ਹਾਂ ਵੀ ਕਨਵਰਜੈਂਟ ਕੀ ਹੈ, ਡਿਵਰਜੈਂਟ ਕੀ ਹੈ। ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਨਵਰਜੈਂਟ ਥਿੰਕਿੰਗ। ਕਨਵਰਜੈਂਟ ਥਿੰਕਿੰਗ ਹੈ ਜਿਹੜੀ, ਇਸ ਦੇ ਵਿੱਚ ਇੰਟੈਲੀਜੈਂਸ ਹੀ ਸ਼ਾਮਲ ਹੈ। ਇਹ ਕੀ ਹੈ? ਇੱਕ ਕਲੋਜ਼ਡ ਐਂਡ ਸੋਲਿਊਸ਼ਨ ਹੈ। ਮਤਲਬ ਕਿ ਜਿਹੜੇ MCQ ਆਪਾਂ ਬੱਚੇ ਨੂੰ ਪੁੱਛਦੇ ਹਾਂ ਉਹ ਕੀ ਨੇ ਜੀ? ਕਨਵਰਜੈਂਟ ਥਿੰਕਿੰਗ ਨੂੰ ਪਰਖਣ ਲਈ ਪੁੱਛੇ ਜਾਂਦੇ ਨੇ। ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਅੱਗੇ ਡਾਇਗਰਾਮ ਦੀ ਸਹਾਇਤਾ ਨਾਲ ਵੀ ਦੱਸਾਂਗਾ। ਤਾਂ ਇੱਕ ਗੱਲ ਮੰਨ ਕੇ ਚੱਲੋ, ਇੱਕ ਬੱਚੇ ਨੂੰ ਕਿਹਾ ਜਾਵੇ ਵੀ ਪੰਜਾਬ ਦੀ ਰਾਜਧਾਨੀ ਕੀ ਹੈ, ਤਾਂ ਬੱਚਾ ਕਹੂਗਾ, ਮੰਨ ਕੇ ਚੱਲੋ ਬੱਚੇ ਨੇ ਕਹਿਤਾ ਲੁਧਿਆਣਾ, ਉਸ ਦਾ ਆਨਸਰ ਗਲਤ ਹੈ। ਤਾਂ ਇੱਕ ਬੱਚੇ ਨੇ ਕਹਿਤਾ ਚੰਡੀਗੜ੍ਹ, ਉਸ ਦਾ ਆਨਸਰ ਸਹੀ ਹੈ। ਤੀਸਰੇ ਬੱਚੇ ਨੇ ਪਟਿਆਲਾ ਕਹਿਤਾ, ਉਸ ਦਾ ਆਨਸਰ ਵੀ ਗਲਤ ਹੈ। ਤਾਂ ਸਹੀ ਆਨਸਰ ਸਿਰਫ ਇੱਕ ਹੋਏਗਾ। ਮਤਲਬ ਚਾਹੇ ਇਸ ਸਵਾਲ ਦੇ ਆਨਸਰ ਕਿੰਨੇ ਵੀ ਆ ਜਾਣ, ਇੱਧਰੋਂ ਉੱਧਰੋਂ ਆਨਸਰ ਕਿੰਨੇ ਵੀ ਆ ਜਾਣ, ਪਰ ਸਹੀ ਆਨਸਰ ਇਸ ਦਾ ਸਿਰਫ ਇੱਕ ਹੋਏਗਾ। ਮਤਲਬ ਕਿ ਸਾਰਿਆਂ ਦਾ ਇੱਕ ਸੋਲੂਸ਼ਨ, ਮਤਲਬ ਇਸ ਦਾ ਜਿਹੜਾ ਐਂਡ ਜਿਹੜਾ ਸੋਲੂਸ਼ਨ ਹੈ ਉਹ ਕਲੋਜ਼ ਹੈ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖੋਗੇ। ਇਹ ਤਾਂ ਇੱਕ ਆਮ ਜੀ ਗੱਲ ਸੀ। ਇਸ ਤੋਂ ਬਿਨਾਂ ਜੇਕਰ ਕਿਹਾ ਜਾਵੇ, ਹੁਣ ਮੰਨ ਕੇ ਚਲੋ ਟੀਚਰ ਨੇ ਬੱਚੇ ਨੂੰ ਪੁੱਛ ਲਿਆ ਕਿ ਇਹ ਦੱਸੋ ਵੀ ਪ੍ਰਦੂਸ਼ਣ ਨੂੰ ਦੂਰ ਕਰਨ ਦੇ ਲਈ ਤੁਸੀਂ ਕੀ ਤਰੀਕੇ ਅਪਣਾਓਗੇ। ਤਾਂ ਹੁਣ ਜ਼ਰੂਰੀ ਥੋੜ੍ਹੀ ਹੈ ਵੀ ਟੀਚਰ ਇੱਕ ਆਨਸਰ ਨੂੰ ਹੀ ਸਹੀ ਮੰਨੂਗਾ। ਹੋ ਸਕਦਾ ਪਹਿਲਾ ਬੱਚਾ ਕਹਿ ਦੇ ਜੀ ਆਪਾਂ ਦਰਖਤ ਲਗਾਵਾਂਗੇ, ਠੀਕ ਹੈ। ਦੂਸਰਾ ਬੱਚਾ ਕਹਿ ਦੇ ਆਪਾਂ ਕੀ ਕਰਾਂਗੇ ਜੀ, ਜਿਹੜੇ ਮਤਲਬ ਪੋਲਿਊਸ਼ਨ ਫੈਲਾਉਣ ਵਾਲੇ ਸਾਧਨ ਨੇ ਉਹਨਾਂ ਦੀ ਗਿਣਤੀ ਨੂੰ ਘੱਟ ਕਰਾਂਗੇ। ਮਤਲਬ ਆਨਸਰ ਦੋਨਾਂ ਦੇ ਅਲੱਗ ਅਲੱਗ ਸੀ ਅਤੇ ਟੀਚਰ ਨੇ ਫਿਰ ਵੀ ਸਹੀ ਮੰਨ ਲਈ, ਠੀਕ ਹੈ। ਤਾਂ ਇਸ ਤਰ੍ਹਾਂ ਉਹ ਡਿਵਰਜੈਂਟ ਥਿੰਕਿੰਗ ਹੋਇਆ ਕਰੇਗੀ, ਤਾਂ ਉਹ ਖਿੰਡ ਜਿਹਾ ਕਰੇਗੀ ਮਤਲਬ, ਠੀਕ ਹੈ। ਇਹਨੂੰ ਆਪਾਂ ਇੱਕ ਡਾਇਗਰਾਮ ਨਾਲ ਸਮਝਦੇ ਹਾਂ, ਫਿਰ ਜਮਾਂ ਕਲੀਅਰ ਹੋਊਗਾ। ਦੇਖੋ ਜੀ, ਇਹ ਡਾਇਗਰਾਮ ਕੀ ਦਿਖਾ ਰਹੀ ਹੈ? ਦੇਖੋ, ਇਹ ਸਾਰੇ ਥਾਟਸ ਨੇ, ਇਹਨਾਂ ਦਾ ਕਲਰ ਚੇਂਜ ਕਰਦੇ ਆਪਾਂ। ਇਹ ਸਾਰੇ ਥਾਟਸ ਨੇ, ਸਾਰੇ ਥਾਟਸ ਆ ਕੇ ਇੱਕ ਥਾਂ 'ਤੇ ਇਕੱਠੇ ਹੋ ਗਏ, ਸਮਝ ਰਹੇ ਹੋ? ਇੱਕ ਥਾਂ 'ਤੇ ਇਕੱਠੇ ਹੋ ਗਏ, ਜਿਹਨੂੰ ਆਪਾਂ ਨੇ ਕਹਿਤਾ ਸੋਲਿਊਸ਼ਨ। ਤਾਂ ਇਸ ਤਰੀਕੇ ਨਾਲ ਕੀ ਹੋ ਗਿਆ? ਇਸ ਦਾ ਕਲੋਜ਼ਡ ਐਂਡ, ਮਤਲਬ ਸਾਰੇ ਵਿਚਾਰ ਇੱਕ ਥਾਂ 'ਤੇ ਆ ਕੇ ਇਕੱਠੇ ਹੋ ਗਏ, ਇੱਕ ਥਾਂ 'ਤੇ ਸੋਲਿਊਸ਼ਨ ਇਸ ਦਾ ਬਣ ਗਿਆ। ਤਾਂ ਇਹ ਕੀ ਕਨਵਰਜੈਂਟ ਥਿੰਕਿੰਗ ਹੈ, ਠੀਕ ਹੈ ਜੀ। ਅਤੇ ਇਹ ਵੀ ਸਮਝ ਲਓ ਵੀ ਇੱਕ ਥਾਟ ਇਹ ਸੀ, ਇੱਕ ਥਾਟ ਇਹ ਸੀ, ਇੱਕ ਥਾਟ ਇਹ ਸੀ, ਇੱਕ ਥਾਟ ਇਹ ਸੀ, ਸਾਰੇ ਇੱਕ ਥਾਂ 'ਤੇ ਇਕੱਠੇ ਹੋ ਰਹੇ ਨੇ। ਤਾਂ ਇਹ ਕੀ ਹੈ? ਕਨਵਰਜੈਂਟ। ਮਤਲਬ ਆਮ ਭਾਸ਼ਾ 'ਚ ਕਹਿ ਲਓ ਸੁੰਗੜਨਾ ਹੈ। ਸਾਰੇ ਵਿਚਾਰ ਇੱਕ ਹੱਲ, ਇੱਕ ਸੋਲਿਊਸ਼ਨ 'ਤੇ ਆ ਕੇ ਇਕੱਠੇ ਹੋ ਕੇ ਸੁੰਗੜ ਗਏ, ਠੀਕ ਹੈ। ਹੁਣ ਇੱਕ ਇਹਨੂੰ ਐਵੇਂ ਵੀ ਸਮਝ ਲਓ, ਜਿਵੇਂ ਤੁਸੀਂ ਇੱਦਾਂ ਸਮਝੋ ਇਹਨੂੰ, ਮਤਲਬ ਕਿ ਲਾਈਟ ਸੀ, ਵੀ ਬੈਟਰੀ ਦੀ ਲਾਈਟ ਐਂ ਸਿੱਧੀ ਪੈ ਰਹੀ ਸੀ, ਉਹਦੇ ਸਾਹਮਣੇ ਇੱਥੇ ਅੜਚਣਾਂ ਆ ਗਈਆਂ, ਤਾਂ ਉਹ ਲਾਈਟ ਇੱਥੇ ਬਸ ਸਿਰਫ ਇੱਥੇ ਇਕੱਠੀ ਰਹਿ ਗਈ, ਜਾਂ ਇੱਦਾਂ ਸਮਝ ਲਓ। ਜਾਂ ਫਿਰ ਇੱਕ ਗੱਲ ਹੋਰ ਦੱਸ ਦਿੰਦਾ ਤੁਹਾਨੂੰ, ਫੋਰ ਐਗਜ਼ਾਮਪਲ ਪਾਣੀ ਸੀ, ਖਾਲ ਦੇ ਵਿੱਚ ਪਾਣੀ ਆ ਰਿਹਾ ਸੀ, ਇਹ ਪਾਣੀ ਇੱਦਾਂ ਆ ਰਿਹਾ ਸੀ, ਤੁਸੀਂ ਨੇ ਕੀ ਕਰਤਾ, ਇੱਧਰੋਂ ਵੀ ਨੱਕਾ ਲਾਤਾ, ਇੱਧਰੋਂ ਵੀ ਨੱਕਾ ਲਾਤਾ, ਇੱਥੇ ਇੱਕ ਪਾਈਪ ਦੱਬਤਾ, ਠੀਕ ਹੈ। ਤਾਂ ਸਿਰਫ ਇਹ ਪਾਈਪ ਦੇ ਵਿੱਚ ਆ ਜਾਊਗਾ ਸਾਰਾ ਪਾਣੀ, ਠੀਕ ਹੈ। ਪਾਈਪ ਦੇ ਵਿੱਚ ਪ੍ਰੈਸ਼ਰ ਵੀ ਜ਼ਿਆਦਾ ਬਣੂਗਾ ਕਿਉਂਕਿ ਉੱਥੇ ਇਕੱਠਾ ਹੋ ਗਿਆ ਸਾਰਾ ਪਿਛਲਾ ਜਿਹੜਾ ਪਾਣੀ ਸੀ, ਠੀਕ ਹੈ। ਇਸ ਤਰ੍ਹਾਂ ਇੱਕ ਆਮ ਜੀ ਗੱਲ ਹੋ ਗਈ। ਤਾਂ ਇਹ ਡਾਇਗਰਾਮ ਨਾਲ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ। ਉਸ ਤੋਂ ਬਾਅਦ ਜਦੋਂ ਤੁਸੀਂ ਇੱਕ ਡਿਵਰਜੈਂਟ ਥਿੰਕਿੰਗ ਦੇ ਡਾਇਗਰਾਮ ਸਮਝੋਗੇ ਤਾਂ ਇਹ ਕਨਸੈਪਟ ਹੋਰ ਵੀ ਤੁਹਾਡਾ ਜਿਹੜਾ ਮਤਲਬ ਪੱਕਾ ਹੋ ਜਾਏਗਾ। ਤਾਂ ਇਸ ਦੇ ਵਿੱਚ ਆਮ ਗੱਲ ਕੀ ਹੈ, ਸਭ ਤੋਂ ਬੈਸਟ ਗੱਲ ਕੀ ਹੈ ਕਿ ਕੁਐਸਚਨ ਕਿਵੇਂ ਬਣੇਗਾ। ਸਿਰਫ ਕਨਸੈਪਟ ਸਮਝਣਾ ਦਾ ਆਪਣਾ ਮਕਸਦ ਨਹੀਂ ਹੈਗਾ ਨਾ, ਕੁਐਸਚਨ ਕਰਨੇ ਨੇ ਆਪਣੇ ਦਾ। ਤਾਂ ਦੇਖੋ, ਉਹ ਪੁੱਛ ਸਕਦੇ ਨੇ ਵੀ ਇੰਟੈਲੀਜੈਂਸੀ ਜਿਹੜੀ ਉਹ ਕਿਸ ਪ੍ਰਕਾਰ ਦੀ, ਮਤਲਬ ਕਿ ਇੰਟੈਲੀਜੈਂਸੀ ਦੇ ਵਿੱਚ
किस प्रकार की जी थिंकिंग है वो शामिल होंगी है। ना तुसीं कहोगे कन्वर्जेंट, मतलब ये पूछा जा सकता भी एक टीचर है वो क्लोजड एंड मतलब क्लोजड एंड क्वेश्चन पूछ रहा है तो यह किस तरह की थिंकिंग नूं परख रहा है, तो तुसीं कहोगे कन्वर्जेंट। MCQ किस तरह की थिंकिंग नूं परखते हैं, कन्वर्जेंट थिंकिंग नूं। तो ये उत्ते क्वेश्चन भी एक बनिया सी, क्वेश्चन भी आपां देखते हैं। PSTET 2021 ਦੇ ਵਿੱਚ ਇਸ ਦੇ ਉੱਤੇ क्वेश्चन इदां ਬਣਿਆ ਸੀ कुछ, देखो जी इस ते क्वेश्चन बनया सी कन्वर्जेंट थिंकिंग इज सिनोनिमस विद, मतलब कि किस का समानार्थी ਆਪਾਂ ਇਸ ਨੂੰ ਕਹਿ ਸਕਦੇ ਹਾਂ, ਇਹ ਇਹਨਾਂ ਨੇ ਕਿਹਾ ਸੀ। ਤਾਂ ਹੁਣ ਆਪਾਂ ਨੇ ਕਿਸ ਦਾ ਪੜ੍ਹਿਆ, ਇੰਟੈਲੀਜੈਂਸੀ ਦਾ। ਸਮਝੀਏ, ਸਿੰਪਲ ਜੀ ਗੱਲ ਹੋ ਗਈ। ਕਹਿਣ ਦਾ ਭਾਵ ਇਹ ਹੈ ਵੀ ਜੇਕਰ ਕਨਵਰਜੈਂਟ ਥਿੰਕਿੰਗ ਹੈ ਉਹ ਇੰਟੈਲੀਜੈਂਸ ਦੀ ਨਿਸ਼ਾਨੀ ਹੋ ਸਕਦੀ ਹੈ। ਕ੍ਰੀਏਟੀਵਿਟੀ ਤਾਂ ਆਪਾਂ ਅੱਗੇ ਡਿਸਕਸ ਕਰਾਂਗੇ, ਉਹਦੇ ਵਿੱਚ ਅਲੱਗ ਇੱਕ ਮੈਟਰ ਆ ਗਿਆ, ਠੀਕ ਹੈ। ਤਾਂ ਹੀ ਇਹ ਮਤਲਬ ਗੱਲ ਕਿਤੇ ਨਾ ਕਿਤੇ ਕਹੀ ਜਾਂਦੀ ਵੀ ਜਿਹੜਾ ਮਤਲਬ ਸਿਆਣਾ ਵਿਦਿਆਰਥੀ ਹੈ ਹੈ ਵੀ ਜ਼ਰੂਰੀ ਨਹੀਂ ਵੀ ਉਹ ਮਤਲਬ ਕ੍ਰੀਏਟਿਵ ਵੀ ਹੋਵੇ, ਹੈ ਵੀ ਇੱਦਾਂ ਦੀ ਮਤਲਬ ਇੱਕ ਗੱਲ ਕਹੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਆਪਾਂ ਨੈਕਸਟ ਸਮਝਦੇ ਹਾਂ ਜੀ ਡਿਵਰਜੈਂਟ ਥਿੰਕਿੰਗ, ਮਤਲਬ ਇਹ ਆਪਸ ਵਿੱਚ ਕਹਿ ਸਕਦੇ ਹਾਂ ਓਪੋਜਿਟ ਨੇ, ਹੈ ਨਾ, ਮਤਲਬ ਕਿ ਉਲਟੇ ਨੇ। ਤਾਂ ਇਸ ਦੇ ਵਿੱਚ ਆ ਸ਼ਾਮਲ ਹੈ ਜੀ ਕ੍ਰੀਏਟੀਵਿਟੀ, ਮਤਲਬ ਕਿ ਡਿਵਰਜੈਂਟ ਥਿੰਕਿੰਗ ਵਾਲਾ ਵਿਅਕਤੀ ਜਿਹੜਾ ਉਹ ਕ੍ਰੀਏਟਿਵ ਹੋ ਸਕਦਾ ਹੈ। ਮਤਲਬ ਕ੍ਰੀਏਟੀਵਿਟੀ ਹੈ ਜਿਹੜੀ ਉਸ ਦੇ ਲਈ ਬੇਸਿਕ ਨੀਡ ਹੈ ਜਿਹੜੀ ਉਹ ਡਿਵਰਜੈਂਟ ਥਿੰਕਿੰਗ ਹੋਣਾ ਹੈ, ਠੀਕ ਹੈ। ਇਸ ਦੇ ਵਿੱਚ ਕਿਹੜੇ ਨੇ, ਓਪਨ ਐਂਡ ਸੋਲੂਸ਼ਨ। ਤਾਂ ਇਸ ਦੇ ਵਿੱਚ ਮੰਨ ਕੇ ਚਲੋ ਟੀਚਰ ਪੁੱਛੂਗਾ ਕਿ ਆਪਣੇ ਸਮਾਜ ਦੇ ਵਿੱਚ ਹੈ ਨਾ, ਜਦੋਂ ਮਤਲਬ ਇੱਕ ਕਿਸਾਨੀ ਸਮਾਜ ਦੇ ਵਿੱਚ ਕਹਿ ਸਕਦੇ ਹਾਂ ਵੀ ਪਰਾਲੀ ਇੱਕ ਸਮੱਸਿਆ ਹੈ, ਵੀ ਪਰਾਲੀ ਜਿਹੜਾ ਮਤਲਬ ਬਾਅਦ ਦੇ ਵਿੱਚ ਰਹਿੰਦ ਖੂੰਹਦ ਬਚਦੀ ਹੈ ਫਸਲਾਂ ਦੀ, ਉਹ ਪਰਾਲੀ ਨੂੰ ਜਦੋਂ ਕਿਸਾਨ ਅੱਗ ਲਗਾ ਦਿੰਦੇ ਨੇ ਤਾਂ ਉਸ ਦੇ ਨਾਲ ਪ੍ਰਦੂਸ਼ਣ ਹੁੰਦਾ। ਵੀ ਇਸ ਦਾ ਹੱਲ ਦੱਸੋ ਕੀ ਹੋ ਸਕਦਾ ਹੈ। ਤਾਂ ਹੋ ਸਕਦਾ ਪਹਿਲਾ ਬੱਚਾ ਕਹੇ ਸਰ ਇਸ ਪਰਾਲੀ ਨੂੰ ਆਪਾਂ ਕੋਈ ਊਰਜਾ ਬਣਾਉਣ ਦੇ ਲਈ ਵਰਤ ਸਕਦੇ ਹਾਂ, ਠੀਕ ਹੈ, ਉਸ ਦਾ ਆਨਸਰ ਵੀ ਟੀਚਰ ਸਹੀ ਕਰ ਦੂਗਾ। ਉਸ ਤੋਂ ਬਾਅਦ ਦੂਸਰਾ ਬੱਚਾ ਕਹੇ ਸਰ ਇਸ ਤੋਂ ਆਪਾਂ ਮਤਲਬ ਵਿੱਚ ਵਾਹ ਕੇ ਇਸ ਨੂੰ ਆਪਾਂ ਖਾਦ ਦੇ ਰੂਪ ਵਿੱਚ ਵਰਤ ਸਕਦੇ ਹਾਂ, ਠੀਕ ਹੈ, ਇਹਦਾ ਆਨਸਰ ਵੀ ਸਹੀ ਕਰਤਾ। ਹੁਣ ਤੁਸੀਂ ਸੋਚੋ ਵੀ ਆਨਸਰ ਕਿਹੜੇ ਆਏ ਸੀ, ਅਲੱਗ-ਅਲੱਗ ਆਏ ਸੀ ਅਤੇ ਉਹ ਅਲੱਗ-ਅਲੱਗ ਕੀ ਹੋ ਗਏ, ਸਹੀ ਹੋ ਗਏ। ਤਾਂ ਇਸ ਤਰੀਕੇ ਨਾਲ ਇਹ ਬਾਹਰ ਵੱਲ ਨੂੰ ਵੱਧ ਰਹੀ ਚੀਜ਼ ਹੈ, ਠੀਕ ਹੈ। ਤਾਂ ਅੱਗੇ ਡਾਇਗਰਾਮ ਸਮਝਾਂਗੇ ਆਪਾਂ, ਉੱਥੇ ਹੋਰ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਚੀਜ਼ ਕਲੀਅਰ ਹੋਏਗੀ। ਤਾਂ ਇਹ ਕੀ ਹੈ ਜੀ, ਥਿੰਕਿੰਗ ਆਊਟ ਆਫ ਬਾਕਸ ਹੈ, ਮਤਲਬ ਕਿ ਬਾਹਰ ਕੁਛ ਨਵਾਂ ਆਈਡੀਆ ਹੈ ਜਨਰੇਟ ਕਰਨਾ, ਕੁਛ ਨਵਾਂ ਸੋਚਣਾ, ਲੈਟਰਲ ਥਿੰਕਿੰਗ ਕਹਿ ਸਕਦੇ। ਕੁਝ ਕੀਵਰਡ ਮੈਂ ਤੁਹਾਡੇ ਇੱਦਾਂ ਹੀ ਮਤਲਬ ਤੁਹਾਨੂੰ ਦੱਸ ਰਿਹਾ ਵੀ ਆਊਟ ਆਫ ਬਾਕਸ ਥਿੰਕਿੰਗ, ਆਊਟ ਆਫ ਬਾਕਸ ਕੀ ਹੈ, ਡਿਵਰਜੈਂਟ ਥਿੰਕਿੰਗ ਹੈ। ਲੈਟਰਲ ਥਿੰਕਿੰਗ ਕੀ ਹੈ, ਡਿਵਰਜੈਂਟ ਥਿੰਕਿੰਗ ਹੈ। ਇਸ ਤੋਂ ਬਿਨਾਂ ਬ੍ਰੇਨ ਸਟੋਰਮਿੰਗ ਹੁੰਦੀ ਹੈ। ਮੰਨ ਕੇ ਚਲੋ ਟੀਚਰ ਨੇ ਕੋਈ ਸਮੱਸਿਆ ਦੇਤੀ ਵੀ ਬੱਚੇ ਅਲੱਗ-ਅਲੱਗ ਸੋਚੋ, ਤਾਂ ਸਾਰੇ ਬੱਚੇ ਆਪਣੇ ਅਲੱਗ-ਅਲੱਗ ਵਿਚਾਰ ਦੇਣਗੇ। ਇਹ ਵੀ ਇੱਕ ਵਧੀਆ ਡਾਇਗਰਾਮ ਬਣ ਗਿਆ, ਹੈ ਨਾ, ਵੀ ਬ੍ਰੇਨ ਸਟੋਰਮਿੰਗ ਹੈ ਜਿਹੜੀ ਉਹ ਵੀ ਡਿਵਰਜੈਂਟ ਥਿੰਕਿੰਗ ਨੂੰ ਡਿਵੈਲਪ ਕਰਨ ਦੇ ਲਈ ਹੀ ਹੁੰਦੀ ਹੈ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਇੱਕ ਇੰਪੋਰਟੈਂਟ ਚੀਜ਼ਾਂ ਨੇ, ਇਹਨਾਂ ਨੂੰ ਨੋਟ ਤੁਸੀਂ ਜ਼ਰੂਰ ਕਰ ਲਓ। ਇਸ ਤੋਂ ਬਾਅਦ ਆਪਾਂ ਇਹਦਾ ਡਾਇਗਰਾਮ ਸਮਝਦੇ ਹਾਂ ਜੀ। ਉਮੀਦ ਹੈ ਕਿ ਤੁਸੀਂ ਡਾਇਗਰਾਮ ਨਾਲ ਇਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਰਿਲੇਟ ਕਰ ਪਾਓਗੇ। ਤਾਂ ਦੇਖੋ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਇਹ ਨਹਿਰ ਚੱਲ ਰਹੀ ਸੀ ਜਾਂ ਕਹਿ ਲਓ ਪਾਣੀ ਆ ਰਿਹਾ ਸੀ ਇੱਕ ਖਾਲ ਦੇ ਵਿੱਚ। ਉਹ ਪਾਣੀ ਨੂੰ ਤੁਸੀਂ ਹੁਣ ਨੱਕੇ ਨਹੀਂ ਲਗਾਏ, ਤੁਸੀਂ ਨੇ ਕੀ ਕੀਤਾ, ਅਲੱਗ-ਅਲੱਗ ਫੈਲਣ ਦਿੱਤਾ। ਇੱਕ ਪੈਂਪ ਇੱਧਰ ਦੱਬਦਾ, ਇੱਕ ਪੈਂਪ ਇੱਧਰ, ਇੱਕ ਪੈਂਪ ਇੱਧਰ। ਹੁਣ ਦੱਸੋ ਵੀ ਇਹਨਾਂ 'ਚ ਕੀ ਹੋਊਗਾ, ਪਾਣੀ ਫੈਲ ਗਿਆ। ਡਿਵਰਜੈਂਟ ਕੀ ਹੈ, ਫੈਲਣਾ। ਕਨਵਰਜੈਂਟ ਕੀ ਸੀ, ਸੁੰਗੜਨਾ। ਹੁਣ ਜਿਹੜੀ ਇੱਥੇ ਵਿਚਾਰ ਆ ਰਹੇ ਸੀ ਉਹ ਵਿਚਾਰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਹੋ ਗਏ, ਮਤਲਬ ਕਿ ਫੈਲ ਗਏ। ਇਹਨੂੰ ਇੱਕ ਪੋਜ਼ੀਟਿਵ ਮੰਨਿਆ ਜਾਂਦਾ, ਇਹ ਵੀ ਧਿਆਨ ਦੇ 'ਚ ਰੱਖਿਓ। ਜਿਹੜੀ ਡਿਵਰਜੈਂਟ ਥਿੰਕਿੰਗ ਹੈ ਇਹ ਪੋਜ਼ੀਟਿਵ ਹੈ, ਮਤਲਬ ਕਿ ਡਿਵਰਜੈਂਟ ਥਿੰਕਿੰਗ ਵਾਲਾ ਬੱਚਾ ਕ੍ਰੀਏਟਿਵ ਹੋਵੇ, ਇਸ ਦੇ ਚਾਂਸ ਹੈਗੇ ਨੇ, ਠੀਕ ਹੈ ਜੀ। ਤਾਂ ਇਹ ਵਧਾਉਣ ਦੀ ਗੱਲ ਕਹੀ ਜਾਂਦੀ ਹੈ, ਮਤਲਬ ਇਹ ਸਾਰੇ ਵਿਚਾਰ ਆ ਰਹੇ ਸੀ, ਉਹ ਵਿਚਾਰ ਹੁਣ ਫੈਲੇ ਨੇ। ਪਹਿਲਾਂ ਇਕੱਠੇ ਹੋਏ ਸੀ ਕਨਵਰਜੈਂਟ ਦੇ ਵਿੱਚ, ਹੁਣ ਡਿਵਰਜੈਂਟ ਦੇ ਵਿੱਚ ਕੀ ਹੋ ਗਏ, ਫੈਲ ਗਏ ਆਲੇ ਦੁਆਲੇ ਮੇ, ਠੀਕ ਹੈ। ਮੰਨ ਕੇ ਚੱਲੋ ਟੀਚਰ ਨੇ ਕੋਈ ਸਮੱਸਿਆ ਦੇਤੀ, ਇਹ ਸਮੱਸਿਆ ਹੈ, ਠੀਕ ਹੈ, ਇੱਕ ਵਿਚਾਰ ਟੀਚਰ ਨੇ ਦੇਤਾ, ਤਾਂ ਬੱਚੇ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਸੋਚਣਗੇ। ਤਾਂ ਇਹ ਕੀ ਹੈ ਜੀ, ਡਿਵਰਜੈਂਟ ਥਿੰਕਿੰਗ ਹੈ। ਸਮਝ ਰਹੇ ਹੋ? ਤਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਨੇ ਸਮਝਣਾ ਹੁੰਦਾ ਹੈ। ਤਾਂ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ। ਇਸ ਤੋਂ ਬਿਨਾਂ ਇਹਦੇ ਨਾਲ ਰਿਲੇਟਡ ਆਪਾਂ ਕੁਝ ਕੁਐਸਚਨ ਸਮਝਾਂਗੇ ਅਤੇ ਨਾਲ ਇਹਦੇ ਵਿੱਚ ਇਹ ਜਿਹੜੇ ਕੀਵਰਡ ਨੇ ਜੀ ਇਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਕ੍ਰੀਏਟੀਵਿਟੀ 'ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕ੍ਰੀਏਟੀਵਿਟੀ ਨਾਲ ਰਿਲੇਟਡ ਇੱਕ ਮਤਲਬ ਹੋਰ ਇੱਕ ਡੀਪਨੈਸ ਚੀਜ਼ ਹੈ ਜਿਹੜੀ ਆਪਾਂ ਲਾਸਟ ਵਿੱਚ ਉਹ ਵੀ ਸਮਝਾਂਗੇ। ਤਾਂ ਇੱਥੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਵੀ ਜਿਹੜਾ ਡਿਵਰਜੈਂਟ ਥਿੰਕਿੰਗ ਵਾਲਾ ਵਿਅਕਤੀ ਹੈ ਉਹ ਕ੍ਰੀਏਟਿਵ ਹੋ ਸਕਦਾ ਹੈ, ਪਰ ਜ਼ਰੂਰੀ ਨਹੀਂ, ਠੀਕ ਹੈ। ਮਤਲਬ ਉਹ ਆਪਾਂ ਅੱਗੇ ਇੱਕ ਲਾਈਨ ਲਿਖੀ ਅਸੀਂ ਨੇ ਸ਼ਾਮਿਲ ਕੀਤੀ ਇਹਦੇ 'ਚ, ਉਹ ਵੀ ਆਪਾਂ ਸਮਝਦੇ ਹਾਂ। ਦੇਖੋ ਜੀ, ਹਰੇਕ ਕ੍ਰੀਏਟਿਵ ਵਿਅਕਤੀ ਡਿਵਰਜੈਂਟ ਥਿੰਕਿੰਗ ਵਾਲਾ ਹੁੰਦਾ ਹੈ। ਜਿਹੜਾ ਕ੍ਰੀਏਟਿਵ ਹੈ ਉਹ ਡਿਵਰਜੈਂਟ ਥਿੰਕਿੰਗ ਵਾਲਾ ਹੋਵੇਗਾ, ਕਿਉਂਕਿ ਕ੍ਰੀਏਟੀਵਿਟੀ ਦੇ ਲਈ ਬੇਸਿਕ ਨੀਡ ਕੀ ਹੈ, ਡਿਵਰਜੈਂਟ ਥਿੰਕਿੰਗ। ਪਰ ਧਿਆਨ ਨਾਲ ਸਮਝੋ ਜੀ, ਪਰ ਹਰੇਕ ਡਿਵਰਜੈਂਟ ਥਿੰਕਿੰਗ ਵਾਲਾ ਕ੍ਰੀਏਟਿਵ ਹੋਵੇ ਇਹ ਜ਼ਰੂਰੀ ਨਹੀਂ। ਸਮਝ ਰਹੇ ਹੋ?
ਮੰਨ ਕੇ ਚੱਲੋ, ਮੈਂ ਤੁਹਾਨੂੰ ਇੱਕ ਉਦਾਹਰਨ ਇੱਦਾਂ ਦਿੰਦਾ, ਮੰਨ ਕੇ ਚੱਲੋ ਇੱਕ ਸਕੂਲ ਦੇ ਵਿੱਚ 200 ਬੱਚਾ ਹੈ, ਠੀਕ ਹੈ ਜੀ। ਇਸ ਸਕੂਲ ਦੇ ਵਿੱਚ 200 ਬੱਚਾ ਹੈ ਅਤੇ ਇਸ ਸਕੂਲ ਦੇ ਵਿੱਚ ਇੱਕ ਜਮਾਤ ਹੈ 10ਵੀਂ। ਉਸ 10ਵੀਂ ਜਮਾਤ ਦੇ ਵਿੱਚ ਮੰਨ ਕੇ ਚੱਲੋ 30 ਬੱਚੇ ਨੇ, ਉਹ 30 ਬੱਚੇ ਨੇ। ਹੁਣ ਕੀ ਇਹ ਜਿਹੜੇ ਇਹ 200 ਬੱਚੇ ਨੇ ਇਹ ਸਕੂਲ ਦੇ ਮਤਲਬ ਕਿਹਾ ਜਾਂਦੇ ਫਲਾਣੇ ਸਕੂਲ ਦੇ ਵਿੱਚ ਪੜ੍ਹਦੇ ਤਾਂ ਉਹ ਬੱਚਾ ਕਹੂਗਾ ਹਾਂ, ਠੀਕ ਹੈ। ਅਤੇ ਹੁਣ ਇਹ ਕੀ ਇਹ 200 ਦਾ 200 ਬੱਚਾ ਜਿਹੜਾ ਕਿ ਇਹ ਸਾਰਾ ਇਹ ਜਿਹੜਾ ਉਹ 10ਵੀਂ ਦੇ ਵਿੱਚ ਪੜ੍ਹਦਾ ਨਹੀਂ, 10ਵੀਂ ਦੇ ਵਿੱਚ ਤਾਂ ਸਿਰਫ ਇਹ 30 ਹਾਂ ਕਹਿਣਗੇ। ਮਤਲਬ ਮੈਂ ਤੁਹਾਨੂੰ ਇੱਦਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਫਿਰ ਜਿਵੇਂ ਰੀਜ਼ਨਿੰਗ ਕਰਦੇ ਹੁੰਦੇ ਆਪਾਂ ਇਹਨੂੰ ਉੱਦਾਂ ਸਮਝਦੇ ਹਾਂ, ਉਸ ਤਰੀਕੇ ਨਾਲ ਵੀ ਤੁਸੀਂ ਇਹ ਗੱਲ ਨੂੰ ਪਕੜ ਪਾਓਗੇ। ਇਹਨੂੰ ਆਪਾਂ ਇੱਦਾਂ ਸਮਝਦੇ ਹਾਂ, ਦੇਖੋ ਜੀ ਇਹ ਇੱਕ ਸਰਕਲ ਲੈ ਲਓ, ਇਹ ਸਰਕਲ ਹੈ ਡਿਵਰਜੈਂਟ ਥਿੰਕਿੰਗ ਦਾ। ਇੱਕ ਛੋਟਾ ਸਰਕਲ ਇਸ ਦੇ ਵਿੱਚ ਲੈ ਲਓ, ਇਹ ਹੈ ਕ੍ਰੀਏਟਿਵ, ਠੀਕ ਹੈ, ਕ੍ਰੀਏਟੀਵਿਟੀ ਦਾ। ਹੁਣ ਦੇਖੋ ਗੱਲ ਸੁਣੋ, ਜਿਹੜਾ ਮੈਂ ਹੁਣ ਵੱਡੇ ਸਰਕਲ ਨੂੰ ਹਾਈਲਾਈਟ ਕਰੂੰਗਾ, ਜਿਹੜਾ ਮੈਂ ਹਾਈਲਾਈਟ ਕੀਤਾ ਇਹ ਸਾਰੇ ਕੀ ਨੇ ਡਿਵਰਜੈਂਟ ਥਿੰਕਿੰਗ ਵਾਲੇ ਨੇ। ਹੁਣ ਡਿਵਰਜੈਂਟ ਥਿੰਕਿੰਗ ਵਾਲੇ ਦੇ ਵਿੱਚ ਕ੍ਰੀਏਟੀਵਿਟੀ ਵਾਲੇ ਵੀ ਆ ਗਏ, ਕ੍ਰੀਏਟਿਵ ਵੀ ਆ ਗਈ, ਵਿੱਚ ਕਵਰ ਹੋ ਗਏ ਨਾ। ਹੁਣ ਜੋ ਮੈਂ ਹਾਈਲਾਈਟ ਕੀਤੇ ਨੇ ਇਹ ਕੀ ਨੇ ਜੀ ਡਿਵਰਜੈਂਟ ਥਿੰਕਿੰਗ ਵਾਲੇ ਨੇ, ਇਹਦੇ ਵਿੱਚ ਕ੍ਰੀਏਟੀਵਿਟੀ ਵੀ ਕਵਰ ਹੋ ਗਈ। ਪਰ ਹੁਣ ਮੈਂ ਇਹਨੂੰ ਹਾਈਲਾਈਟ ਕਰਨ ਦਾ ਥੋੜ੍ਹਾ ਜਿਹਾ ਤਰੀਕਾ ਚੇਂਜ ਕਰਦਾ। ਹੁਣ ਦੇਖਿਓ, ਹੁਣ ਮੈਂ ਸਿਰਫ ਹਾਈਲਾਈਟ ਕਰ ਰਿਹਾ ਜਿਹੜੇ ਉਹ ਕ੍ਰੀਏਟਿਵ ਨੇ, ਜਿਹੜੇ ਉਹਨਾਂ ਨੂੰ ਕ੍ਰੀਏਟੀਵਿਟੀ ਨੂੰ ਹਾਈਲਾਈਟ ਕਰ ਰਿਹਾ। ਹੁਣ ਕੀ ਕ੍ਰੀਏਟੀਵਿਟੀ ਨੂੰ ਹਾਈਲਾਈਟ ਕਰਨ ਨਾਲ ਡਿਵਰਜੈਂਟ ਥਿੰਕਿੰਗ ਵਾਲੇ ਸਾਰੇ ਕਵਰ ਹੋ ਗਏ? ਨਹੀਂ ਹੋਏ। ਇਹ ਤਾਂ ਬਚੇਗਾ, ਇਹ ਥੋੜ੍ਹਾ ਇਹ ਯੈਲੋ ਕਲਰ ਰਹਿ ਗਿਆ, ਇਹ ਤਾਂ ਬਚ ਗਿਆ। ਤਾਂ ਇਸ ਤਰੀਕੇ ਨਾਲ ਕੀ ਹੈ ਜੀ ਕ੍ਰੀਏਟੀਵਿਟੀ ਉਸ ਦਾ ਇੱਕ ਪਾਰਟ ਆਪਾਂ ਮੰਨ ਸਕਦੇ ਹਾਂ, ਪਰ ਸਾਰੇ ਮਤਲਬ ਕਹਿ ਸਕਦੇ ਹਾਂ ਉਸ ਦੇ ਲਈ ਬੇਸਿਕ ਨੀਡ ਹੈ। ਮਤਲਬ ਇਹਦੇ ਤੋਂ ਕੁਐਸਚਨ ਵੀ ਅੱਗੇ ਬਣੇਗਾ, ਜਿਹੜੀ ਮਤਲਬ ਕ੍ਰੀਏਟੀਵਿਟੀ ਹੈ ਉਹ ਕੀ ਇੱਕ ਬੇਸਿਕ ਨੀਡ ਦਾ ਕੰਮ ਕਰਦੀ ਹੈ, ਠੀਕ ਹੈ। ਬੇਸਿਕ ਨੀਡ ਦੇ ਲਈ ਡਿਵਰਜੈਂਟ ਥਿੰਕਿੰਗ ਹੈ ਜਿਹੜੀ ਉਹ ਬੇਸਿਕ ਇੱਕ ਪਹਿਲਾ ਕਦਮ ਕਹਿ ਸਕਦੇ ਹਾਂ, ਹੈ ਨਾ, ਵੀ ਡਿਵਰਜੈਂਟ ਥਿੰਕਿੰਗ ਹੋਣੀ ਜ਼ਰੂਰੀ ਹੈ, ਠੀਕ ਹੈ। ਡਿਵਰਜੈਂਟ ਥਿੰਕਿੰਗ ਹੋਣੀ ਜ਼ਰੂਰੀ ਹੈ ਕ੍ਰੀਏਟੀਵਿਟੀ ਦੇ ਲਈ, ਠੀਕ ਹੈ। ਆਪਾਂ ਅੱਗੇ ਕੁਝ ਕੁਐਸਚਨ ਸਮਝਦੇ ਹਾਂ। ਇਹ ਰੀਟ ਦੇ ਵਿੱਚ ਕੁਝ ਕੁਐਸਚਨ ਪੁੱਛੇ ਗਏ ਸੀ। ਇੱਕ ਕੁਐਸਚਨ ਦੇਖਦੇ ਹਾਂ ਰੀਟ ਦਾ। ਪ੍ਰਸ਼ਨ ਕੁਝ ਇਸ ਤਰੀਕੇ ਨਾਲ ਸੀ, ਵਿਚ ਆਫ ਫੋਲੋਇੰਗ ਲੀਡਸ ਟੂ ਕ੍ਰੀਏਟੀਵਿਟੀ। ਮਤਲਬ ਇਹਨਾਂ 'ਚੋਂ ਕਿਹੜੀ ਚੀਜ਼ ਜਿਹੜੀ ਉਹ ਕ੍ਰੀਏਟੀਵਿਟੀ ਵੱਲ ਵੱਧਦੀ ਹੈ, ਲੀਡ ਕਰਦੀ ਆਪਾਂ ਨੂੰ। ਤਾਂ ਹੁਣ ਤੁਸੀਂ ਦੱਸੋ ਵੀ ਇਹਨਾਂ 'ਚੋਂ ਕਿਹੜਾ ਰਾਈਟ ਹੋ ਸਕਦਾ ਹੈ। ਹੁਣ ਇਹ ਆਪਾਂ ਪੜ੍ਹ ਕੇ ਹਟੇ ਹਾਂ ਵੀ ਕ੍ਰੀਏਟੀਵਿਟੀ ਤੋਂ ਪਹਿਲਾਂ ਕੀ ਆਊਗਾ, ਡਿਵਰਜੈਂਟ ਥਿੰਕਿੰਗ ਹੋਣੀ ਜ਼ਰੂਰੀ ਹੈ। ਤਾਂ ਡਿਵਰਜੈਂਟ ਥਿੰਕਿੰਗ ਆਪਾਂ ਨੂੰ ਲੀਡ ਕਰਦੀ ਹੈ ਕਾਹਦੇ ਵੱਲ, ਕ੍ਰੀਏਟੀਵਿਟੀ ਦੇ ਵੱਲ। ਤਾਂ ਇਸ ਤਰੀਕੇ ਨਾਲ ਇਹ ਕੀ ਹੋ ਜਾਏਗਾ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਣਾ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ CTET ਦਾ ਕੁਐਸਚਨ ਹੈਗਾ, ਡੈਸ਼ ਇਜ਼ ਦਾ ਪ੍ਰਾਇਮਰੀ ਆਈਡੈਂਟੀਫਾਈਂਗ ਫੀਚਰ ਆਫ ਕ੍ਰੀਏਟੀਵਿਟੀ। ਦੇਖੋ ਕੁਐਸਚਨ ਮਤਲਬ ਮੈਂ ਤਾਂ ਇਹਨਾਂ ਨੂੰ ਸੇਮ ਸਮਝਦਾ, ਕੁਐਸਚਨਾਂ ਨੂੰ ਪਾਉਣ ਦਾ ਤਰੀਕਾ ਅਲੱਗ-ਅਲੱਗ ਹੈ। ਕੀ ਕਹਿੰਦੇ ਨੇ ਵੀ ਪ੍ਰਾਇਮਰੀ ਆਈਡੈਂਟੀਫਿਕੇਸ਼ਨ ਫੀਚਰ ਕੀ ਹੈ ਕ੍ਰੀਏਟੀਵਿਟੀ ਦਾ, ਮਤਲਬ ਮੂਲ ਇੱਕ ਕਹਿ ਸਕਦੇ ਫੀਚਰ ਕੀ ਹੈ, ਬੇਸਿਕ ਫੀਚਰ ਕੀ ਹੈ ਕ੍ਰੀਏਟੀਵਿਟੀ ਦਾ। ਸਿੰਪਲ ਜੀ ਗੱਲ ਹੈ, ਡਿਵਰਜੈਂਟ ਥਿੰਕਿੰਗ। ਮਤਲਬ ਕਿ ਡਿਵਰਜੈਂਟ ਥਿੰਕਿੰਗ ਹੋਏਗੀ ਤਾਂ ਕ੍ਰੀਏਟੀਵਿਟੀ ਆ ਸਕਦੀ ਹੈ ਨਾ। ਡਿਵਰਜੈਂਟ ਥਿੰਕਿੰਗ ਬੇਸਿਕ ਨੀਡ ਹੈ, ਮਤਲਬ ਮੁੱਢਲੀ ਲੋੜ ਹੈਗੀ ਹੈ ਕ੍ਰੀਏਟੀਵਿਟੀ ਦੇ ਲਈ। ਪਰ ਡਿਵਰਜੈਂਟ ਥਿੰਕਿੰਗ ਵਾਲੇ ਸਾਰੇ ਕ੍ਰੀਏਟਿਵ ਹੋਣ ਇਹ ਜ਼ਰੂਰੀ ਨਹੀਂ ਹੈਗਾ। ਸਮਝ ਗਏ ਵੀ ਕ੍ਰੀਏਟੀਵਿਟੀ ਦੇ ਲਈ ਡਿਵਰਜੈਂਟ ਜ਼ਰੂਰੀ ਹੈ, ਪਰ ਸਾਰੇ ਡਿਵਰਜੈਂਟ ਥਿੰਕਿੰਗ ਵਾਲੇ ਕ੍ਰੀਏਟਿਵ ਹੋਣ ਇਹ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਨੈਕਸਟ ਆਪਾਂ ਇਹ ਪੁਆਇੰਟ ਸਮਝ ਚੁੱਕੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕੁਝ ਹੋਰ ਥਿੰਕਿੰਗ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਟਰਮਸ ਨੇ। ਜਿਵੇਂ ਕਿ ਗੱਲ ਕਰਦੇ ਆਪਾਂ ਕ੍ਰਿਟੀਕਲ ਥਿੰਕਿੰਗ ਦੀ। ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਇਸ ਨੂੰ ਖਾਸ ਕਰਕੇ ਜਿਹੜਾ ਸਪੋਰਟ ਕੀਤਾ ਗਿਆ ਉਹ NEP 2020 ਯਾਨੀ ਕਿ ਨੈਸ਼ਨਲ ਐਜੂਕੇਸ਼ਨ ਪੋਲਿਸੀ ਜਿਹੜੀ 2020 ਵਾਲੀ ਹੈ, ਇਸ ਨੇ ਇਸ ਨੂੰ ਖਾਸ ਤੌਰ 'ਤੇ ਪ੍ਰਮੋਟ ਕੀਤਾ ਹੈ, ਸਪੋਰਟ ਕੀਤਾ ਹੈ। ਉਹ ਆਪਾਂ ਅੱਗੇ NEP ਨੂੰ ਵੀ ਅੱਗੇ ਡਿਟੇਲ ਦੇ ਵਿੱਚ ਇਸ ਦੇ ਉੱਤੇ ਕਲਾਸ ਆਏਗੀ, ਠੀਕ ਹੈ। ਉਸ ਦੇ ਵਿੱਚ ਵੀ ਆਪਾਂ ਚੀਜ਼ ਨੂੰ ਡਿਸਕਸ ਕਰਾਂਗੇ। ਤਾਂ ਕ੍ਰਿਟੀਕਲ ਥਿੰਕਿੰਗ ਕੀ ਹੈ, ਕਿਸੇ ਸਮੱਸਿਆ ਬਾਰੇ ਚੰਗਾ ਮਾੜਾ ਪੱਖ ਵੇਖ ਕੇ ਉਸ ਦਾ ਅਧਿਐਨ ਕਰਨਾ, ਆਲੋਚਨਾ ਕਰਨੀ, ਫਿਰ ਸਿੱਟੇ 'ਤੇ ਪਹੁੰਚਣਾ। ਫੋਰ ਐਗਜ਼ਾਮਪਲ ਤੁਹਾਨੂੰ ਕਹਿ ਦੇ ਤੁਸੀਂ ਨੇ ਕੀ ਕਰਨਾ, ਮੰਨ ਕੇ ਚੱਲੋ ਕੋਈ ਪੇਪਰ ਕਰੈਕ ਕਰਨਾ ਹੈ, ਠੀਕ ਹੈ। ਮਤਲਬ ਕਿ ਤੁਸੀਂ PSTET ਦਾ ਜਿਹੜਾ ਪੇਪਰ ਹੈ ਉਹ ਪਾਸ ਕਰਨਾ ਹੈ। ਤੁਸੀਂ ਕੀ ਕਰੋਗੇ, ਤੁਹਾਨੂੰ ਕਿਸੇ ਨੇ ਕਹਿਤਾ ਵੀ ਫਲਾਣਾ ਟੀਚਰ ਵਧੀਆ ਪੜ੍ਹਾਉਂਦਾ, ਤੂੰ ਉਹਦੀਆਂ ਕਲਾਸਾਂ ਦੇਖ ਲੈ। ਜੇ ਤਾਂ ਤੁਸੀਂ ਮਤਲਬ ਅੰਨ੍ਹੇਵਾਹ ਵੀ ਫਲਾਣੇ ਨੇ ਕਿਹਾ, ਮੇਰੇ ਦੋਸਤ ਨੇ ਕਿਹਾ, ਚੱਕ ਕੇ ਲੱਗ ਕੇ ਦੇਖਣ, ਨਾ ਤੁਸੀਂ ਨੇ ਇਹ ਦੇਖਿਆ ਵੀ ਇਹਨੇ ਸਿਲੇਬਸ ਕਰਵਾਇਆ ਵੀ ਹੈ, ਸਿਲੇਬਸ ਸਹੀ ਵੀ ਕਰਵਾ ਰਿਹਾ, ਪੇਪਰਾਂ ਨੂੰ ਕਵਰ ਕਰ ਵੀ ਰਿਹਾ, ਨਹੀਂ ਕਰ ਰਿਹਾ, ਤੁਸੀਂ ਨੇ ਕੁਛ ਨਹੀਂ ਦੇਖਿਆ ਲੱਗ ਗਏ, ਇਹਦਾ ਮਤਲਬ ਤੁਹਾਡੇ 'ਚ ਕ੍ਰਿਟੀਕਲ ਥਿੰਕਿੰਗ ਹੈ ਹੀ ਨਹੀਂ, ਠੀਕ ਹੈ। ਅਤੇ ਇਸ ਤੋਂ ਬਿਨਾਂ ਜੇਕਰ ਤੁਸੀਂ ਨੇ ਸੋਚਿਆ ਵੀ ਦੋਸਤ ਨੇ ਕਿਹਾ ਸੀ, ਤੁਸੀਂ ਨੇ ਸੁਣ ਲਿਆ, ਤੁਹਾਡੇ ਇੱਕ ਹੋਰ ਦੋਸਤ ਨੇ ਕਿਹਾ ਸੀ ਵੀ ਤੂੰ ਨੋਟਸਾਂ ਤੋਂ ਪੜ੍ਹ, ਤੂੰ ਸੈਲਫ ਸਟੱਡੀ ਕਰ, ਉਹ ਵੀ ਤੁਸੀਂ ਨੇ ਸੁਣ ਲਿਆ,
ਤੁਹਾਡੇ ਇੱਕ ਦੋਸਤ ਨੇ ਕਿਹਾ ਸੀ ਤੂੰ ਪ੍ਰੈਕਟਿਸ ਕਰ, ਤੁਸੀਂ ਉਹ ਵੀ ਸੁਣ ਲਿਆ, ਸਾਰੀਆਂ ਗੱਲਾਂ ਤੁਸੀਂ ਨੇ ਸੁਣ ਲਈਆਂ। ਹੁਣ ਤੁਸੀਂ ਚੰਗਾ ਮਾੜਾ ਪੱਖ ਵੇਖ ਰਹੇ ਹੋ ਉਸ ਦਾ ਵੀ ਇਹਨਾਂ 'ਚੋਂ ਕਿਹੜੀ ਗੱਲ ਸਹੀ ਹੈ ਕਿਹੜੀ ਮਾੜੀ ਹੈ। ਤੁਸੀਂ ਆਪਣੇ ਬੇਸ 'ਤੇ ਉਸ ਨੂੰ ਜੱਜ ਕਰ ਰਹੇ ਹੋ, ਠੀਕ ਹੈ, ਆਪਦੇ ਬੇਸ 'ਤੇ ਤੁਸੀਂ ਜੱਜ ਕੀਤਾ ਅਤੇ ਫਿਰ ਤੁਸੀਂ ਇੱਕ ਸਿੱਟੇ 'ਤੇ ਪਹੁੰਚੇ ਵੀ ਹਾਂ ਉਹ ਦੋਸਤ ਨੇ ਵੀ ਇਹ ਗੱਲ ਕਹੀ ਸੀ, ਮੈਂ ਉਹਦੀ ਗੱਲ ਵੀ ਪਰਖ ਕੇ ਦੇਖ ਲਈ, ਉਹਦੀ ਗੱਲ ਵੀ ਦੇਖ ਲਈ। ਉਸ ਤੋਂ ਬਾਅਦ ਤੁਸੀਂ ਇੱਕ ਸਿੱਟੇ ਦੇ ਉੱਤੇ ਪਹੁੰਚ ਗਏ ਅਤੇ ਫਿਰ ਉਹ ਇੱਕ ਪੋਜ਼ੀਟਿਵ ਪੁਆਇੰਟ ਹੋ ਗਿਆ, ਠੀਕ ਹੈ। ਇੱਕ ਸਿੱਟੇ 'ਤੇ ਪਹੁੰਚ ਕੇ ਤੁਸੀਂ ਨੇ ਜਿਹੜੀ ਉਹ ਪੂਰਾ ਪ੍ਰੋਸੈਸ ਕੀਤਾ ਉਹ ਕ੍ਰਿਟੀਕਲ ਥਿੰਕਿੰਗ ਹੈ, ਠੀਕ ਹੈ। ਤਾਂ ਇਹ ਇੱਕ ਹੋ ਗਈ ਸਿੰਪਲ ਜੀ ਗੱਲ। ਨੈਕਸਟ ਆਪਾਂ ਕੁਝ ਟਰਮਾਂ ਹੋਰ ਨੇ ਉਹ ਡਿਸਕਸ ਕਰਦੇ ਹਾਂ। ਦੇਖੋ ਜੀ ਇੱਥੇ ਵੇਰੀਏਸ਼ਨ ਆਫ ਥਿੰਕਿੰਗ, ਮਤਲਬ ਕਿ ਜਿਹੜੀ ਥਿੰਕਿੰਗ ਹੈ ਉਸ ਦੀਆਂ ਕੁਝ ਵੇਰੀਏਸ਼ਨਸ ਨੇ, ਜਿਵੇਂ ਕਿ ਕੰਕਰੀਟ ਥਿੰਕਿੰਗ, ਮਤਲਬ ਕਿ ਕਹਿ ਸਕਦੇ ਹਾਂ ਇੱਕ ਮੂਰਤ ਚਿੰਤਨ ਕਹਿ ਲਓ, ਹੈ ਨਾ, ਮਤਲਬ ਕਿ ਇੱਕ ਫਿਜ਼ੀਕਲੀ ਟਾਈਪ ਜਿਹਦੇ ਆਪਾਂ ਮੂਰਤ ਬਣਾ ਕੇ ਹੈ ਨਾ ਕੁਛ ਵੀ ਉਸ ਦੇ ਬਾਰੇ ਸੋਚ ਰਹੇ ਹੋਈਏ। ਅਬਸਟਰੈਕਟ ਥਿੰਕਿੰਗ ਕਹਿ ਸਕਦੇ ਹਾਂ, ਇੱਕ ਅਮੂਰਤ ਚਿੰਤਨ ਕਹਿ ਸਕਦੇ ਹਾਂ ਵੀ ਕੋਈ ਚੀਜ਼ਾਂ ਜਿਹੜੀਆਂ ਉਹ ਕਲਪਨਾ ਦੇ ਵਿੱਚ ਹੀ ਆਪਾਂ ਉਸ ਬਾਰੇ ਕਲਪਨਾ ਹੀ ਤਿਆਰ ਕਰ ਰਹੇ ਹਾਂ, ਹੈ ਨਾ, ਵੀ ਆਪਣੇ ਮਨ ਸੋਚ ਰਹੇ ਹਾਂ। ਲੌਜੀਕਲ ਥਿੰਕਿੰਗ ਕਿਸੇ ਚੀਜ਼ ਬਾਰੇ ਲੌਜਿਕ ਕਰ ਰਹੇ ਹਾਂ, ਕਿਸੇ ਨੇ ਤੁਹਾਨੂੰ ਕੋਈ ਗੱਲ ਕਹੀ, ਤੁਸੀਂ ਨੇ ਅੰਨ੍ਹੇਵਾਹ ਅੱਖਾਂ ਮੀਚ ਕੇ ਉਸ 'ਤੇ ਭਰੋਸਾ ਨਹੀਂ ਕੀਤਾ, ਲੌਜਿਕ ਕੀਤਾ ਵੀ ਇੱਦਾਂ ਕਿਉਂ ਹੈ। ਤੁਹਾਨੂੰ ਕਿਸੇ ਨੇ ਟ੍ਰਿਕ ਦੱਸੀ, ਹੈ ਨਾ, ਮੈਥ ਦਾ ਕੋਈ ਸਵਾਲ ਸੋਲਵ ਕਰਨ ਦੀ ਤੁਹਾਨੂੰ ਕਿਸੇ ਨੇ ਟ੍ਰਿਕ ਦੱਸੀ ਤਾਂ ਤੁਸੀਂ ਆਪਣਾ ਲੌਜਿਕ ਲਗਾਇਆ ਵੀ ਇਹ ਟ੍ਰਿਕ ਇੱਦਾਂ ਕਿਉਂ ਬਣੀ, ਤਾਂ ਉਹ ਕੀ ਹੋ ਗਈ, ਲੌਜੀਕਲ ਥਿੰਕਿੰਗ ਹੋ ਗਈ। ਇਹ ਕੁਝ ਇੰਪੋਰਟੈਂਟ ਟਰਮਾਂ ਨੇ, ਇਹਨੂੰ ਵੀ ਸਮਝ ਲਿਓ। ਇਸ ਤੋਂ ਬਿਨਾਂ ਇੱਕ ਗੱਲ ਹੋਰ, ਰੀਅਲਿਸਟਿਕ ਥਿੰਕਿੰਗ। ਹੁਣ ਦੇਖੋ ਆਪਾਂ ਨੇ ਕਨਵਰਜੈਂਟ ਡਿਵਰਜੈਂਟ ਪੜ੍ਹੇ ਹੈ ਨਾ, ਕ੍ਰਿਟੀਕਲ ਥਿੰਕਿੰਗ ਪੜ੍ਹੇ, ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਰੀਅਲਿਸਟਿਕ ਥਿੰਕਿੰਗ ਦੇ ਵਿੱਚ ਆਉਂਦੀਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਕੀ ਹੈ, ਕੁਝ ਲੌਜਿਕ ਕਰਨ ਦੀ ਗੱਲ ਹੈ, ਇਵੈਲੂਏਟ ਕਰਨ ਦੀ ਗੱਲ ਹੈ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਕਨਵਰਜੈਂਟ ਡਿਵਰਜੈਂਟ ਇਹ ਰੀਅਲਿਸਟਿਕ ਥਿੰਕਿੰਗ 'ਚ ਕਵਰ ਹੁੰਦੀਆਂ ਨੇ। ਪਰ ਇੱਕ ਨਾਲ ਇਸ 'ਤੇ ਇੰਪੋਰਟੈਂਟ ਟਰਮ ਹੋਰ ਕੀ ਹੈ ਜੀ, ਆਰਟਿਸਟਿਕ ਥਿੰਕਿੰਗ। ਇਹਦਾ ਮਤਲਬ ਕੀ ਹੈ, ਆਪਾਂ ਆਮ ਭਾਸ਼ਾ 'ਚ ਇੱਦਾਂ ਕਹਿ ਲਓ ਵੀ ਕਈ ਵਾਰ ਆਪਾਂ ਕਹਿ ਦਿੰਦੇ ਨੇ ਵੀ ਇਹ ਤਾਂ ਊਈਂ ਆਪਦੀ ਛੱਡੀ ਜਾਂਦਾ, ਉਹ ਚੀਜ਼ ਹੈ। ਮਤਲਬ ਕਿ ਵੀ ਕੁਝ ਊਈਂ ਸੋਚੀ ਜਾਣਾ ਜਿਹਦਾ ਕੋਈ ਆਧਾਰ ਨਹੀਂ ਹੈਗਾ, ਮਤਲਬ ਵੀ ਮੈਨੂੰ ਕੋਈ ਇੱਕ ਮਤਲਬ ਪੱਕਾ ਸ਼ਬਦ ਜਿਹਾ ਨਹੀਂ ਮਨ 'ਚ ਆ ਰਿਹਾ, ਮਤਲਬ ਹਵਾ 'ਚ ਗੱਲਾਂ ਕਰਨੀਆਂ, ਮਤਲਬ ਉਸੇ ਤਰ੍ਹਾਂ ਵੀ ਊਈਂ ਆਪਦੇ ਮਨ ਹੀ ਮਨ ਕੁਛ ਸੋਚੀ ਜਾਣ। ਜਿਵੇਂ ਤੁਸੀਂ, ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ, ਤਾਂ ਮੰਨ ਕੇ ਚੱਲੋ ਕੋਈ ਤੁਹਾਡਾ ਦੋਸਤ ਕਹਿੰਦਾ ਵੀ ਮੈਂ ਪੀਐਸਟੈਟ ਦੇ ਵਿੱਚ 150 'ਚੋਂ 145 ਨੰਬਰ ਲੈ ਕੇ ਜਾਵਾਂਗਾ, ਅਤੇ ਪੇਪਰ ਤੋਂ 20 ਦਿਨ ਪਹਿਲਾਂ ਤੁਹਾਨੂੰ ਉਹ ਇਹ ਪੁੱਛਦਾ ਫਿਰਦਾ ਵੀ ਮੈਂ ਨੋਟਸ ਬਣਾਵਾਂ ਕਿ ਮੈਨੂੰ ਐਂ ਕਲਾਸਾਂ ਦੇਖਣੀਆਂ ਪੈਣਗੀਆਂ। ਮਤਲਬ ਤੁਸੀਂ ਸਮਝ ਗਏ ਉੱਥੇ ਵੀ ਕੀ ਹੈ ਉਹ ਉਸਦੀ, ਮਤਲਬ ਉਹ ਹਵਾ 'ਚ ਗੱਲਾਂ ਕਰ ਰਿਹਾ ਵੀ ਉਹ ਮਤਲਬ ਸਿਰਫ ਗੱਲਾਂ ਹੀ ਨੇ ਉਸ ਦੀਆਂ, ਮਤਲਬ ਉਸਦਾ ਆਧਾਰ ਕੋਈ ਨਹੀਂ, ਉਸਨੇ ਕੋਈ ਨੋਟਸ ਨਹੀਂ ਤਿਆਰ ਕੀਤੇ, ਕੁਛ ਪੜ੍ਹਿਆ ਨਹੀਂ, ਕੁਛ ਵੀ ਨਹੀਂ ਕੀਤਾ, ਪੇਪਰ ਤੋਂ ਥੋੜ੍ਹੇ ਜਿਹੇ ਦਿਨ ਪਹਿਲਾਂ ਤੁਹਾਡੇ ਤੋਂ ਸਲਾਹ ਲੈਂਦਾ ਫਿਰਦਾ, ਅਤੇ ਗੱਲਾਂ ਉਸ ਦੀਆਂ ਇਹ ਨੇ ਮੈਂ 145 ਨੰਬਰ ਲਵਾਂਗਾ। ਸਮਝ ਗਏ, ਹਵਾਈ ਪੁਲਾਓ ਬਣਾਉਣਾ, ਮਤਲਬ ਕਿ ਸਿਰਫ ਹਵਾ 'ਚ ਗੱਲਾਂ ਕਰਦਾ, ਹਵਾ 'ਚ ਸੋਚਦਾ, ਉਹ ਕੋਈ ਉਸਦਾ ਬੇਸ ਨਹੀਂ ਹੈਗਾ। ਪਰ ਰੀਅਲਿਸਟਿਕ ਥਿੰਕਿੰਗ ਇਸ ਦਾ ਉਲਟ ਹੈ। ਇਹ ਕੀ ਹੈ, ਮੰਨ ਕੇ ਚੱਲੋ ਤੁਸੀਂ ਸੋਚ ਲਿਆ ਵੀ ਮੈਂ 120 ਨੰਬਰ ਲੈ ਕੇ ਜਾਣੇ ਨੇ, ਠੀਕ ਹੈ ਜੀ, ਤੁਸੀਂ ਸੋਚ ਲਿਆ 120 ਨੰਬਰ ਲੈ ਕੇ ਜਾਣੇ, ਅਤੇ 6 ਮਹੀਨੇ ਪਹਿਲਾਂ ਤੁਸੀਂ ਪਤਾ ਕੀ ਕਹਿ ਰੱਖਿਆ ਮਨ ਨੂੰ, ਸਿਲੇਬਸ ਤਾਂ ਮੇਰਾ ਪੂਰਾ ਹੈ, ਹੁਣ ਜਦੋਂ ਪੇਪਰ ਦੀ ਡੇਟ ਆ ਗਈ ਮੈਂ ਤਾਂ ਸਿਰਫ ਰਿਵੀਜ਼ਨ ਕਰਨੀ ਹੈ, MCQ ਦੀ ਪ੍ਰੈਕਟਿਸ ਕਰਨੀ ਹੈ, ਇਹ ਕਰਨਾ ਹੈ। ਤਾਂ ਇਹ ਕੀ ਹੈ, ਰੀਅਲਿਸਟਿਕ ਥਿੰਕਿੰਗ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਮੈਂ ਰੀਅਲਟੀ ਨਾਲ ਬੇਸਡ ਹੈ, ਇਹ ਇੱਕ ਕਲਪਨਾ ਨਾਲ ਬੇਸਡ ਹੈ, ਠੀਕ ਹੈ, ਸਿਰਫ ਕਲਪਨਾ ਨਾਲ ਇਹ ਚੀਜ਼ ਬੇਸਡ ਹੈ। ਪਰ ਇਹਦੇ 'ਤੇ ਇੱਕ ਕੁਐਸਚਨ ਬਣਿਆ ਸੀ, ਆਪਾਂ ਕੁਐਸਚਨ ਨੂੰ ਸਮਝਦੇ ਹਾਂ ਵੀ ਕਿਸ ਤਰੀਕੇ ਨਾਲ ਬਣਿਆ ਸੀ। ਦੇਖੋ ਜੀ, HTET ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ, ਵਿਚ ਆਫ ਫੋਲੋਇੰਗ ਇਜ਼ ਨਾਟ ਦਾ ਟਾਈਪ ਆਫ ਰੀਅਲਿਸਟਿਕ ਥਿੰਕਿੰਗ। ਰੀਅਲਿਸਟਿਕ ਥਿੰਕਿੰਗ ਦੀ ਟਾਈਪ ਨਹੀਂ ਹੈਗੀ ਕਿਹੜੀ, ਤਾਂ ਕਨਵਰਜੈਂਟ ਥਿੰਕਿੰਗ ਹੋਏਗੀ, ਕ੍ਰੀਏਟਿਵ ਵੀ ਹੋਏਗੀ, ਇਵੈਲੂਏਟਿਵ ਥਿੰਕਿੰਗ ਵੀ ਹੋਏਗੀ, ਆਰਟਿਸਟਿਕ ਥਿੰਕਿੰਗ ਨਹੀਂ ਹੁੰਦੀ। ਤਾਂ ਆਪਣੇ ਕੋਲ 4th ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਸਿੰਪਲ ਇੱਕ ਕੁਐਸਚਨ ਸੀ, ਠੀਕ ਹੈ। ਤਾਂ ਉੱਪਰਲੀਆਂ ਚੀਜ਼ਾਂ ਤਾਂ ਆਪਾਂ ਸਾਰੀਆਂ ਡਿਸਕਸ ਕਰ ਹੀ ਚੁੱਕੇ ਹਾਂ, ਠੀਕ ਹੈ। ਇਸ ਤੋਂ ਬਿਨਾਂ CTET ਦੇ ਵਿੱਚ ਇਹਨਾਂ ਨੇ ਕੁਝ ਇਸ ਤਰੀਕੇ ਨਾਲ ਕੁਐਸਚਨ ਪੁੱਛਿਆ, CTET ਵਾਲਿਆਂ ਦੀ ਵੀ ਸੁਣਦੇ ਹਾਂ ਆਪਾਂ। ਟੀਚਰ ਕੈਨ ਇਨਕਰੇਜ ਚਿਲਡਰਨ ਟੂ ਥਿੰਕ ਕ੍ਰੀਏਟਿਵਲੀ ਬਾਈ, ਤਾਂ ਫਸਟ ਆਪਸ਼ਨ ਹੈ ਜੀ, ਫਸਟ ਆਪਸ਼ਨ ਪੜ੍ਹਦੇ ਹਾਂ ਆਪਾਂ, ਆਸਕਿੰਗ ਦੈਮ ਟੂ ਥਿੰਕ ਆਫ different way to solve a problem, giving them multi choice question, asking them to memorize answer, asking them recall based question। ਤਾਂ ਇਹਦੇ 'ਚ ਆਪਸ਼ਨਾਂ ਕੱਟਣੀਆਂ ਪੈਣਗੀਆਂ। ਦੇਖੋ ਮੈਮੋਰਾਈਜ਼ ਕਰਨਾ ਨੈਗੇਟਿਵ ਪੁਆਇੰਟ ਹੈ, ਮੈਮੋਰਾਈਜ਼ ਯਾਦ ਕਰਨਾ ਰੱਟਾ ਲਗਾਉਣ ਜੀ ਵਾਲੀ ਇੱਕ ਕੰਡੀਸ਼ਨ ਹੁੰਦੀ ਹੈ। ਰਿਕਾਲ ਕਰਨਾ ਵੀ ਕੋਈ ਐਡਾ ਪੋਜ਼ੀਟਿਵ ਪੁਆਇੰਟ ਨਹੀਂ ਹੁੰਦਾ, ਠੀਕ ਹੈ। ਗਿਵਿੰਗ ਦੈਮ ਮਲਟੀ ਚੋਇਸ ਕੁਐਸਚਨ, ਤਾਂ ਇੱਥੇ ਕੀ ਚੀਜ਼ ਨੂੰ ਮਤਲਬ ਉਹ ਕ੍ਰੀਏਟਿਵਲੀ, ਹੈ ਨਾ, ਮਤਲਬ ਕਿ ਇੱਕ ਕ੍ਰੀਏਟੀਵਿਟੀ ਇਹ ਕਹਿ ਲਓ, ਮਤਲਬ ਕਿ ਉਹ ਇੱਕ ਤਰੀਕੇ ਨਾਲ ਕ੍ਰੀਏਟੀਵਿਟੀ ਨੂੰ ਪ੍ਰਮੋਟ ਕਰਨਾ ਚਾਹੁੰਦਾ ਹੈ।
ਤਾਂ ਉਸ ਦੇ ਵਿੱਚ MCQ ਤਾਂ ਨਹੀਂ ਸ਼ਾਮਲ ਹੋਣਗੇ। MCQ ਤਾਂ ਆਪਣੇ ਉਹ 'ਚ ਮਤਲਬ ਕਨਵਰਜੈਂਟ ਥਿੰਕਿੰਗ ਦੇ ਵਿੱਚ ਜਿਹੜੀ ਇੰਟੈਲੀਜੈਂਸੀ ਵੱਲ ਲੀਡ ਕਰਦੀ ਹੈ, ਤਾਂ ਉਹਦੇ ਵਿੱਚ ਆਪਾਂ ਨੇ ਪੜ੍ਹੇ ਸੀ। ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਕੀ ਹੋਏਗੀ, ਆਸਕਿੰਗ ਦੈਮ, ਉਹਨਾਂ ਨੂੰ ਕਹੇਗਾ ਟੂ ਥਿੰਕ ਆਫ ਡਿਫਰੈਂਟ ਵੇ ਟੂ ਸੋਲਵ ਅ ਪ੍ਰੋਬਲਮ, ਇੱਕ ਪ੍ਰੋਬਲਮ ਦੇ ਕੇ ਉਸ ਨੂੰ ਸੋਲਵ ਕਰਨ ਦੇ ਅਲੱਗ-ਅਲੱਗ ਤਰੀਕੇ ਸੋਚਣ ਬਾਰੇ ਕਹੇਗਾ ਟੀਚਰ। ਇਹ ਕੀ ਇੱਕ ਬੈਸਟ ਵੇ ਹੈ ਇਨਕਰੇਜ ਕਰਨ ਦਾ ਬੱਚਿਆਂ ਨੂੰ। ਠੀਕ ਹੈ ਜੀ, ਤਾਂ ਆਪਣੇ ਕੋਲ ਫਸਟ ਆਪਸ਼ਨ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਹੁਣ ਆਪਾਂ ਕ੍ਰੀਏਟੀਵਿਟੀ ਨੂੰ ਸਮਝਾਂਗੇ। ਕ੍ਰੀਏਟੀਵਿਟੀ ਕੀ ਹੈ, ਸਿਰਜਣਾਤਮਕਤਾ ਕੀ ਹੈ। ਤਾਂ ਦੇਖੋ, ਇਹ ਤਾਂ ਆਪਾਂ ਸਮਝ ਚੁੱਕੇ ਹਾਂ ਵੀ ਡਿਵਰਜੈਂਟ ਥਿੰਕਿੰਗ ਇਸ ਦੇ ਲਈ ਇੱਕ ਬੇਸਿਕਲੀ ਨੀਡ ਹੈ ਨਾ, ਮਤਲਬ ਕਿ ਬੇਸ ਦਾ ਕੰਮ ਕਰਦੀ ਹੈ ਡਿਵਰਜੈਂਟ ਥਿੰਕਿੰਗ। ਠੀਕ ਹੈ, ਡਿਵਰਜੈਂਟ ਥਿੰਕਿੰਗ ਜਿਹੜੀ ਉਹ ਬੇਸ ਦਾ ਕੰਮ ਕਰਦੀ ਹੈ ਕ੍ਰੀਏਟੀਵਿਟੀ ਦੇ ਲਈ। ਤਾਂ ਇਹਦੀ ਡੈਫੀਨੇਸ਼ਨ ਸਮਝ ਲੈਣਾ ਇੱਕ, ਕਈ ਵਾਰ ਡਾਇਰੈਕਟ ਡੈਫੀਨੇਸ਼ਨ ਤੋਂ ਕੁਐਸਚਨ ਬਣ ਜਾਂਦਾ ਹੈ। ਦੀ ਟੈਂਡੈਂਸੀ ਟੂ ਜਨਰੇਟ ਅ ਰਿਕੋਗਨਾਈਜ਼ ਆਈਡੀਆਜ਼, ਮਤਲਬ ਕਿ ਵਿਚਾਰਾਂ, ਵਿਕਲਪਾਂ, ਸੰਭਾਵਨਾਵਾਂ ਨੂੰ ਪੈਦਾ ਕਰਨ ਜਾਂ ਪਛਾਣਨ ਦੀ ਪ੍ਰਵਿਰਤੀ ਹੈ ਇੱਕ। ਠੀਕ ਹੈ, ਅਲਟਰਨੇਟਿਵਸ, ਪੋਸੀਬਿਲਿਟੀਜ਼ ਦੈਟ ਮੇ ਬੀ ਯੂਜ਼ਫੁਲ ਇਨ ਸੋਲਵਿੰਗ ਪ੍ਰੋਬਲਮਸ, ਜਿਹੜੇ ਕਿ ਹੁਣ ਵੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕੀ ਹੋਣ, ਇੱਕ ਉਪਯੋਗੀ ਹੋਣ, ਯੂਜ਼ਫੁਲ ਹੋਣ। ਕਮਿਊਨੀਕੇਟਿੰਗ ਵਿਦ ਅਦਰ ਐਂਡ ਇੰਟਰਟੇਨਿੰਗ ਆਵਰ ਸੈਲਵਸ ਐਂਡ ਅਦਰ, ਮਤਲਬ ਕਿ ਦੂਜਿਆਂ ਨਾਲ ਸੰਚਾਰ ਕਰਨਾ ਆਪਾਂ ਨੇ, ਆਪਣਾ ਦੂਜਿਆਂ ਦਾ ਮਨੋਰੰਜਨ ਕਰਨਾ। ਇਹ ਸਭ ਚੀਜ਼ਾਂ ਦੇ ਵਿੱਚ ਕੀ ਹੋਣ, ਉਪਯੋਗੀ ਹੋਣ, ਯੂਜ਼ਫੁਲ ਹੋਣ। ਇਹ ਸਭ ਕੀ ਨੇ, ਇੱਕ ਟੈਂਡੈਂਸੀ, ਇੱਕ ਪ੍ਰਵਿਰਤੀ ਹੈ। ਠੀਕ ਹੈ, ਮਤਲਬ ਕੁਝ ਕ੍ਰੀਏਟ ਕਰਨਾ। ਆਮ ਭਾਸ਼ਾ 'ਚ ਜੇ ਮੈਂ ਕਹਾਂ ਵੀ ਕੁਝ ਕ੍ਰੀਏਟ ਕਰਨਾ ਹੈ, ਫੋਰ ਐਗਜ਼ਾਮਪਲ ਤੁਸੀਂ ਅੱਜ ਮੈਨੂੰ ਸੁਣ ਰਹੇ ਹੋ ਬੈਠੇ ਨੂੰ, ਪਤਾ ਨਹੀਂ ਆਪਾਂ ਕਿੰਨੀਆਂ ਕਿਲੋਮੀਟਰਾਂ ਦੂਰ ਬੈਠੇ ਹੋਣੇ, ਤੁਸੀਂ ਫਿਰ ਵੀ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ। ਤਾਂ ਇਹ ਕਾਹਦੇ ਥਰੂ ਪਹੁੰਚ ਰਹੀ ਹੈ, ਮੋਬਾਇਲ, ਇੰਟਰਨੈਟ, ਇਹ ਸਭ ਚੀਜ਼ਾਂ। ਤਾਂ ਇਹ ਕਾਹਦਾ ਸਿੱਟਾ ਨੇ ਜੀ, ਕ੍ਰੀਏਟੀਵਿਟੀ ਦਾ ਸਿੱਟਾ ਨਹੀਂ। ਕਿਸੇ ਨੇ ਸੋਚਿਆ ਹੋਣਾ ਵੀ ਐਡੀ ਦੂਰ ਤੋਂ ਐਡੀ ਦੂਰ ਤੱਕ ਆਵਾਜ਼ ਪਹੁੰਚ ਸਕਦੀ ਹੈ, ਤਾਂ ਉਹਦੇ ਲਈ ਕੁਛ ਸਿਸਟਮ ਲਾਉਣਾ ਪਊਗਾ। ਉਹਨੇ ਸਭ ਕੁਝ ਇਹ ਸੋਚਿਆ ਕਿ ਇਹ ਕ੍ਰੀਏਟੀਵਿਟੀ ਹੈ, ਸਮਝ ਰਹੇ ਹੋ। ਤਾਂ ਉਸ ਤੋਂ ਬਿਨਾਂ ਕੁਝ ਐਪਸ ਬਣ ਰਹੀਆਂ ਨੇ, ਮੋਬਾਇਲ ਤਾਂ ਬਹੁਤ ਚਿਰ ਪਹਿਲਾਂ ਬਣੇ, ਫਿਰ ਉਸ 'ਚ ਐਪ ਬਣਿਆ ਹੈ ਨਾ, ਵੀ ਇੰਟਰਨੈਟ ਦੀ ਇੱਕ ਮਤਲਬ ਸੁਵਿਧਾ ਦਿੱਤੀ ਗਈ। ਉਸ ਤੋਂ ਬਾਅਦ ਐਪਸ ਆਈ, ਵੀ ਇਹ ਐਪਸ ਦੇ ਥਰੂ ਇੱਦਾਂ ਵੀਡੀਓ ਪਾਈ ਜਾ ਸਕਦੀ ਹੈ, ਇੱਦਾਂ ਬੋਲਿਆ ਜਾ ਸਕਦਾ ਹੈ। ਤਾਂ ਇਹ ਸਭ ਚੀਜ਼ਾਂ ਕ੍ਰੀਏਟੀਵਿਟੀ ਦੇ ਇੱਕ ਸਿੱਟੇ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕ੍ਰੀਏਟਿਵ ਥਿੰਕਿੰਗ ਦੇ ਬੇਸ 'ਤੇ ਕੁਝ ਹੋਰ ਚੀਜ਼ਾਂ ਆਉਣਗੀਆਂ ਜੋ ਹਾਲੇ ਆਪਾਂ ਨੂੰ ਪਤਾ ਨਹੀਂ, ਅਤੇ ਆਉਣ ਵਾਲੇ ਸਮੇਂ 'ਚ ਆ ਜਾਣਗੀਆਂ। ਤਾਂ ਉਹ ਵੀ ਕੀ ਹੋਣਗੀਆਂ, ਕ੍ਰੀਏਟੀਵਿਟੀ ਦਾ ਹਿੱਸਾ ਹੋਣਗੀਆਂ। ਤਾਂ ਹੀ ਕਿਹਾ ਜਾਂਦਾ ਬੱਚੇ ਦੇ ਵਿੱਚ ਆਪਾਂ ਨੇ ਕ੍ਰੀਏਟੀਵਿਟੀ ਪੈਦਾ ਕਰਨੀ ਹੈ, ਕਿਉਂਕਿ ਇੰਟੈਲੀਜੈਂਸੀ ਜਿਹੜੀ ਉਹ ਕਨਵਰਜੈਂਟ ਥਿੰਕਿੰਗ ਨਾਲ ਆਉਂਦੀ ਹੈ, ਤਾਂ ਡਿਵਰਜੈਂਟ ਥਿੰਕਿੰਗ ਨਾਲ ਕੀ ਆਉਂਦੀ ਹੈ, ਕ੍ਰੀਏਟੀਵਿਟੀ। ਤਾਂ ਹੀ ਡਿਵਰਜੈਂਟ ਥਿੰਕਿੰਗ ਨੂੰ ਪੋਜ਼ੀਟਿਵ ਮੰਨਿਆ ਜਾਂਦਾ ਹੈ। ਚਲੋ, ਇਹ ਤਾਂ ਬੜਾ ਡੀਪ 'ਚ ਆਪਾਂ ਚਲੇ ਗਏ ਸੀ। ਤਾਂ ਸਿਰਜਣਾਤਮਕਤਾ ਦੀ ਪ੍ਰਕਿਰਿਆ ਕੀ ਹੈ, ਇਹ ਦੇਖੋ ਜੀ, ਇੱਕ ਆਪਾਂ ਸਲਾਈਡ ਦੇ ਥਰੂ ਸਮਝਾਂਗੇ। ਪ੍ਰੋਸੈਸ ਆਫ ਕ੍ਰੀਏਟਿਵ ਥਿੰਕਿੰਗ, ਤਾਂ ਇਹਨੂੰ ਪ੍ਰੋਸੈਸ ਕਹਿ ਸਕਦੇ ਹਾਂ ਜਾਂ ਸਟੈਪਸ ਕਹਿ ਸਕਦੇ ਹਾਂ। ਠੀਕ ਹੈ, ਸਭ ਤੋਂ ਪਹਿਲੇ ਨੰਬਰ 'ਤੇ ਗੱਲ ਆਉਂਦੀ ਹੈ ਪ੍ਰੈਪਰੇਸ਼ਨ ਦੀ। ਠੀਕ ਹੈ, ਮਤਲਬ ਕ੍ਰੀਏਟਿਵ ਥਿੰਕਿੰਗ ਦੇ ਲਈ ਪਹਿਲਾ ਪੁਆਇੰਟ ਕੀ ਹੈ, ਇਹਨੂੰ ਪਹਿਲਾ ਪੁਆਇੰਟ ਕਹਿ ਸਕਦੇ ਹਾਂ। ਪਹਿਲਾ ਪੁਆਇੰਟ ਕੀ ਹੈ ਆਪਣੇ ਕੋਲ, ਪ੍ਰੈਪਰੇਸ਼ਨ, ਯਾਨੀ ਕਿ ਤਿਆਰੀ। ਠੀਕ ਹੈ, ਮਤਲਬ ਕਿ ਕੋਈ ਬੱਚਾ ਹੈ ਨਾ, ਵੀ ਉਸ ਦੇ ਵਿੱਚ ਤੁਸੀਂ ਕ੍ਰੀਏਟਿਵ ਥਿੰਕਿੰਗ ਦਾ ਇੱਕ ਪੂਰਾ ਪ੍ਰੋਸੈਸ ਚੱਲੂਗਾ। ਮਤਲਬ ਤੁਸੀਂ ਕੋਈ ਇਹਨੂੰ ਪ੍ਰੋਬਲਮ ਸੋਲਵਿੰਗ ਦੇ ਰੂਪ 'ਚ ਲੈ ਕੇ ਚੱਲੋ, ਵੀ ਕੋਈ ਸਮੱਸਿਆ ਹੈ, ਪਹਿਲਾਂ ਤੁਸੀਂ ਉਸ ਸਮੱਸਿਆ ਨੂੰ ਹੱਲ ਕਰਨ ਦੇ ਪ੍ਰਤੀ ਤਿਆਰੀ ਕਰੋਗੇ। ਤਾਂ ਤਿਆਰੀ ਦੇ ਵਿੱਚ ਕੀ ਹੋਊਗਾ, ਤੁਸੀਂ ਅੰਕੜਾ ਇਕੱਠਾ ਕਰੋਗੇ, ਡੇਟਾ ਕਲੈਕਸ਼ਨ ਕਰੋਗੇ। ਮਤਲਬ ਤੁਸੀਂ ਅਲੱਗ-ਅਲੱਗ ਸੈਂਪਲ ਲਓਗੇ, ਉਸ ਦੀ ਪੂਰੀ ਤਿਆਰੀ ਖਿੱਚੋਗੇ। ਉਸ ਤੋਂ ਬਾਅਦ ਕੀ ਹੁੰਦਾ ਹੈ, ਇਨਕਿਊਬੇਸ਼ਨ, ਮਤਲਬ ਪ੍ਰਫੁੱਲਤ ਕਰਨਾ। ਤੁਸੀਂ ਕੀ ਕਰੋਗੇ, ਜੋ ਤੁਸੀਂ ਨੇ ਡੇਟਾ ਇਕੱਠਾ ਕੀਤਾ ਸੀ, ਉਹ ਡੇਟੇ ਨੂੰ ਮਤਲਬ ਇੱਕ ਸਹੀ ਢੰਗ ਦੇ ਵਿੱਚ ਲਗਾਓਗੇ, ਉਸ ਦੀ ਪਰਖ ਕਰੋਗੇ, ਅਤੇ ਉਸ ਨੂੰ ਮਤਲਬ ਫੈਲਾਉਣ ਦੀ, ਮਤਲਬ ਇੱਦਾਂ ਕਹਿ ਸਕਦੇ ਹਾਂ ਇਹ 'ਚ ਤਾਂ ਮਤਲਬ ਤੁਸੀਂ ਸਿਰਫ ਤਿਆਰੀ ਕੀਤੀ ਹੈ, ਸਮੱਸਿਆ ਨੂੰ ਸਮਝੀ ਹੈ, ਉਸ ਦੇ ਨਾਲ ਰਿਲੇਟਡ ਡੇਟਾ ਇਕੱਠਾ ਕਰਨ ਦੀ ਸੋਚੀ ਹੈ, ਇਸ ਦੇ ਵਿੱਚ ਡੇਟਾ ਇਕੱਠਾ ਵੀ ਕਰ ਲਿਆ, ਅਤੇ ਉਸ ਨੂੰ ਐਕਸਪੈਂਡ ਕਰ ਰਹੇ ਹੋ। ਠੀਕ ਹੈ, ਉਸ ਨੂੰ ਕਰ ਰਹੇ ਹੋ, ਪ੍ਰਫੁੱਲਤ ਕਰ ਰਹੇ ਹੋ, ਉਸ ਨੂੰ ਮਤਲਬ ਇਨਕਰੀਜ਼ ਕਰ ਰਹੇ ਹੋ, ਵੀ ਕੋਈ ਪੁਆਇੰਟ ਰਹੇ ਨਾ, ਵੀ ਸਮੱਸਿਆ ਨੂੰ ਮੈਂ ਹੱਲ ਕਰਨ ਲੱਗਿਆ ਤਾਂ ਹੈਗੇ ਹਾਂ, ਵੀ ਕੋਈ ਸੈਂਪਲ ਰਹਿ ਨਾ ਜਾਵੇ। ਕੋਈ ਸੈਂਪਲ ਲੈ ਰਹੇ ਹੋ, ਡੇਟਾ ਇਕੱਠਾ ਕਰ ਰਹੇ ਹੋ, ਉਸ ਨੂੰ ਹੋਰ ਵੀ ਐਕਸਪੈਂਡ ਕਰ ਰਹੇ ਹੋ। ਇਸ ਤੋਂ ਬਾਅਦ ਹੈ ਜੀ ਇਲੂਮੀਨੇਸ਼ਨ, ਯਾਨੀ ਕਿ ਪ੍ਰਕਾਸ਼। ਫੋਰ ਐਗਜ਼ਾਮਪਲ ਤੁਸੀਂ ਜੋ ਵੀ ਡੇਟਾ ਇਕੱਠਾ ਕੀਤਾ, ਉਸ ਦੇ ਉੱਤੇ ਤੁਸੀਂ ਪ੍ਰਕਾਸ਼ ਪਾ ਰਹੇ ਹੋ, ਉਸ ਨੂੰ ਕਰ ਰਹੇ ਹੋ, ਦੇਖ ਰਹੇ ਹੋ, ਜਾਂਚ ਰਹੇ ਹੋ, ਪਰਖ ਕਰ ਰਹੇ ਹੋ। ਓਬਜ਼ਰਵੇਸ਼ਨ ਵਗੈਰਾ ਇਹਦੇ ਵਿੱਚ ਸ਼ਾਮਲ ਹੋ ਜਾਣਗੀਆਂ। ਠੀਕ ਹੈ, ਮਤਲਬ ਤੁਸੀਂ ਜੋ ਡੇਟਾ ਇਕੱਠਾ ਕਰ ਲਿਆ, ਜ਼ਰੂਰੀ ਤਾਂ ਨਹੀਂ ਵੀ ਉਹ ਸਾਰਾ ਡੇਟਾ ਕਰੈਕਟ ਹੋਵੇ, ਤੁਸੀਂ ਉਹ 'ਚੋਂ ਵੱਖ ਕਰੋਗੇ ਵੀ ਨਾ ਇਹ ਚੀਜ਼ ਅਲੱਗ ਹੈ, ਇਹ ਚੀਜ਼ ਸਹੀ ਹੈ। ਮਤਲਬ ਤੁਹਾਡੇ ਸਾਥੀ ਹੋਣਗੇ, ਉਹ ਕੀ ਕਹਿਣਗੇ ਵੀ ਇਹ ਚੀਜ਼ ਨਾ, ਇਹਨਾਂ ਨੂੰ ਨਾ ਸ਼ਾਮਲ ਕਰ। ਤਾਂ ਇੱਦਾਂ ਮਤਲਬ ਉਸ ਦੇ ਵਿੱਚ ਤੁਸੀਂ ਕੀ ਕਰੋਗੇ, ਫਿਰ ਉਸ 'ਤੇ ਪ੍ਰਕਾਸ਼ ਪਾਓਗੇ। ਇਲੂਮੀਨੇਸ਼ਨ ਇਸ ਦਾ ਸਟੈਪ ਹੋਏਗਾ ਥਰਡ। ਇਸ ਤੋਂ ਬਾਅਦ ਫੋਰਥ ਸਟੈਪ ਹੋ ਜਾਏਗਾ ਵੈਰੀਫਿਕੇਸ਼ਨ, ਤਸਦੀਕ। ਹੁਣ ਤੁਸੀਂ ਜੋ ਮਤਲਬ ਸਮੱਸਿਆ ਸੀ, ਉਸ ਸਮੱਸਿਆ ਦੇ ਨਾਲ ਰਿਲੇਟਡ ਡੇਟਾ ਤਿਆਰੀ ਵੀ ਕਰ ਲਈ, ਪ੍ਰਫੁੱਲਤ ਵੀ ਕਰ ਲਿਆ, ਪ੍ਰਕਾਸ਼ ਵੀ ਪਾ ਲਿਆ। ਹੁਣ ਤੁਸੀਂ ਤਸਦੀਕ ਕਰੋਗੇ ਵੀ ਮੈਂ ਇਸ ਸਿੱਟੇ 'ਤੇ ਪਹੁੰਚੇ ਹਾਂ, ਸਿੱਟੇ 'ਤੇ ਪਹੁੰਚ ਗਿਆ, ਇਹ ਸਿੱਟਾ ਲਾਗੂ ਕਿਵੇਂ ਹੋ ਰਿਹਾ ਹੈ, ਇਹਦੀ ਵੈਰੀਫਿਕੇਸ਼ਨ ਕਰੋਗੇ, ਜਾਂਚ ਕਰੋਗੇ, ਤਸਦੀਕ ਕਰੋਗੇ ਵੀ ਮੈਂ ਸਮੱਸਿਆ ਦਾ ਹੱਲ ਇਹ ਕੱਢਿਆ ਕਿ ਇਹ ਹੱਲ ਸਹੀ ਹੈ
ਕਿਤੇ ਉਹੀ ਤਾਂ ਨਹੀਂ ਹੈਗੇ ਜਿਵੇਂ ਆਪਾਂ ਨੇ ਕਿਹਾ ਸੀ ਵੀ ਹਵਾ 'ਚ ਗੱਲਾਂ ਤਾਂ ਨਹੀਂ ਹੈਗੀਆਂ। ਮਤਲਬ ਤੁਸੀਂ ਉਹਨੂੰ ਅਪਲਾਈ ਕਰਕੇ ਦੇਖੋਗੇ, ਲਾਗੂ ਕਰਕੇ ਦੇਖੋਗੇ, ਇਸ ਤਰੀਕੇ ਨਾਲ ਉਹਦੀ ਵੈਰੀਫਿਕੇਸ਼ਨ ਹੋਏਗੀ। ਤਾਂ ਸਿੰਪਲ ਜੀ ਗੱਲ ਇਹਦੇ 'ਚੋਂ ਕੁਐਸਚਨ ਕਿਵੇਂ ਬਣੇਗਾ ਆਪਾਂ ਉਹ ਗੱਲ 'ਤੇ ਆਉਂਦੇ ਹਾਂ। ਤਾਂ ਇਹ 4 ਸਟੈਪ ਨੇ, ਇੱਕ ਤਾਂ 4 ਸਟੈਪ ਨਹੀਂ ਭੁੱਲਣੀ, ਠੀਕ ਹੈ। ਇਹ 4 ਸਟੈਪ ਮੋਸਟ ਐਂਡ ਮੋਸਟ ਇੰਪੋਰਟੈਂਟ ਨੇ, ਇਹਨਾਂ ਦੇ ਉੱਤੇ ਕੁਐਸਚਨ ਬਣ ਚੁੱਕੇ ਹੈ। ਇਹਨਾਂ ਦਾ ਇੱਕ ਸੀਰੀਜ਼ ਵੀ ਯਾਦ ਰੱਖਿਓ, ਠੀਕ ਹੈ। ਇਸਦਾ ਹੀ ਪ੍ਰੈਪਰੇਸ਼ਨ, ਫਿਰ ਉਸ ਤੋਂ ਬਾਅਦ ਇੱਕ ਇਨਕਿਊਬੇਸ਼ਨ, ਇਲੂਮੀਨੇਸ਼ਨ ਅਤੇ ਵੈਰੀਫਿਕੇਸ਼ਨ, ਸਟੈਪ ਵਾਈਜ਼ ਇਹਨਾਂ ਨੂੰ ਧਿਆਨ ਦੇ 'ਚ ਰੱਖਣਾ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ, ਕੁਐਸਚਨ ਦੇਖਦੇ ਹਾਂ ਇਹਦੇ ਤੋਂ ਕਿਸ ਤਰ੍ਹਾਂ ਬਣਿਆ। ਦੇਖੋ ਜੀ ਕੁਐਸਚਨ ਇਹਨਾਂ ਨੇ ਇੱਦਾਂ ਬਣਾਇਆ ਹੈਗਾ, ਪੀਐਸਟੈਟ 2021 ਦੇ ਵਿੱਚ ਸਿਰਜਣਾਤਮਕ ਸੋਚ ਯਾਨੀ ਕਿ ਕ੍ਰੀਏਟਿਵ ਥਿੰਕਿੰਗ ਦੇ 4 ਪੜਾਅ ਕਿਹੜੇ ਹਨ। ਲਓ ਇਹਨਾਂ ਨੂੰ ਮਤਲਬ ਇੱਕ ਸੀਰੀਜ਼ ਦੇ ਵਿੱਚ ਲਗਾਉਣਾ ਹੀ ਹੈ, ਅਤੇ ਕਹਿਣ 'ਚ ਮਤਲਬ ਗਲਤ ਨੇ ਜਿਹੜੇ ਉਹ ਕੱਢਣੇ ਨੇ। ਤਾਂ ਦੇਖੋ ਤਿਆਰੀ ਪਹਿਲੇ ਸਟੈਪ ਹੈ, ਤਾਂ ਪਹਿਲਿਆਂ 'ਚ ਸਾਰਿਆਂ 'ਚ ਹੀ ਤਿਆਰੀ ਲਿਖ ਰੱਖੀ। ਹੁਣ ਲਾਸਟ ਦੇਖਦੇ ਹਾਂ, ਲਾਸਟ 'ਤੇ ਤਸਦੀਕ ਸਾਰਿਆਂ 'ਚ ਲਿਖ ਰਹੀ ਹੈ ਸਾਰੀ। ਅਤੇ ਇਸ ਤੋਂ ਬਾਅਦ ਲਓ ਹੁਣ ਮਤਲਬ ਦੂਸਰੇ ਪੁਆਇੰਟ 'ਤੇ ਗਰਾਰੀ ਅੜ ਗਈ। ਦੂਸਰਾ ਤੀਸਰਾ ਪੁਆਇੰਟ ਤੁਹਾਨੂੰ ਆਉਂਦਾ ਹੈ ਤਾਂ ਤੁਹਾਡਾ ਕੁਐਸਚਨ ਸਹੀ ਹੈ, ਨਹੀਂ ਗਲਤ ਹੈ, ਠੀਕ ਹੈ। ਪ੍ਰਫੁੱਲਤ ਸੀ ਦੂਸਰਾ, ਤੀਸਰਾ ਕਿਹੜਾ ਸੀ? ਪ੍ਰਕਾਸ਼ ਸੀ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਸਮਝ ਲਿਆ। ਇਹਨੂੰ ਇੰਗਲਿਸ਼ ਦੇ 'ਚ ਵੀ ਸਮਝਦੇ ਆਪਾਂ, ਇੰਗਲਿਸ਼ ਵਰਜਨ ਵੀ ਇਹਦੀ ਅਵੇਲੇਬਲ ਹੈਗੀ ਆਪਣੇ ਕੋਲ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਸਮਝਿਆ ਸੀ? ਪ੍ਰੈਪਰੇਸ਼ਨ, ਫਿਰ ਇਨਕਿਊਬੇਸ਼ਨ, ਫਿਰ ਇਲੂਮੀਨੇਸ਼ਨ, ਫਿਰ ਵੈਰੀਫਿਕੇਸ਼ਨ। ਬਾਕੀ ਚੀਜ਼ਾਂ ਦੇਖੋ ਉਲਝਾਉਣ ਲਈ ਬਹੁਤ ਕੁਛ ਕਿਹਾ ਤੁਹਾਨੂੰ ਇਹਨਾਂ ਨੇ, ਉਲਝਾਉਣ ਦੀ ਕੋਈ ਕਮੀ ਨਹੀਂ ਇਹਨਾਂ ਨੇ ਛੱਡੀ। ਇਹ ਤਾਂ ਕੁਐਸਚਨ ਜਮੀ ਸੇਮ ਪਾ ਰੱਖੇ ਨੇ, ਬਸ ਇੱਕ ਸਟੈਪ ਦੀ ਫਰਕ ਹੈ। ਤਾਂ ਇਸ ਤਰੀਕੇ ਨਾਲ ਇਹਨੂੰ ਬਹੁਤ ਧਿਆਨ ਨਾਲ, ਜੇ ਤੁਹਾਨੂੰ ਆਉਂਦਾ ਹੈ ਇਕੱਲਾ ਇਕੱਲਾ ਸਟੈਪ, ਇਹਨੂੰ 2-3 ਵਾਰ ਰਿਵਾਈਜ਼ ਕਰ ਲਿਓ। ਕੋਈ ਮਤਲਬ ਇਹਦਾ ਜੇ ਉਹ ਬਣਾਉਣਾ ਸੀ ਨਹੀਂ, ਕੋਈ ਸ਼ਾਰਟ ਫਾਰਮ ਉਹ ਵੀ ਬਣਾ ਲਿਓ ਆਪਾਂ, ਤੁਰਤ ਪੈਰ ਤੁਹਾਨੂੰ ਦੱਸਦੇ ਹਾਂ ਬਣਾ ਕੇ। ਇਹਦੀ ਇੱਕ ਐਵੇਂ ਸ਼ਾਰਟ ਫਾਰਮ ਬਣਾ ਲਓ, PIB, ਇੱਦਾਂ ਮਤਲਬ ਕੁਛ ਯਾਦ ਕਰ ਲਓ ਹੈ ਨਾ, PIIB, ਠੀਕ ਹੈ। ਪਰ ਇਹ ਤੁਸੀਂ ਤੁਸੀਂ ਉੱਥੇ ਖਾ ਜਾਓਗੇ, ਬਾਕੀ ਵੀ ਇਹਨਾਂ ਨੇ ਆਈ ਵਾਲੀਆਂ ਆਪਸ਼ਨਾਂ ਦਿੱਤੀਆਂ ਹੋਣੀਆਂ, ਠੀਕ ਹੈ। ਇਹਦਾ ਯਾਦ ਹੀ ਕਰ ਲਿਓ ਫੁੱਲ ਨੇਮ, ਠੀਕ ਹੈ। ਬਸ ਇਹਨੂੰ ਮਤਲਬ ਪੰਜਾਬੀ 'ਚ ਇੰਗਲਿਸ਼ 'ਚ ਦੋਨੇ ਤਰੀਕੇ ਨਾਲ ਤੁਸੀਂ ਯਾਦ ਕਰਨਾ ਹੈਗਾ। ਸਿੰਪਲ ਜੀ ਗੱਲ ਹੋ ਗਈ। ਇਹ 5 ਨੰਬਰ ਕੁਐਸਚਨ ਤਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆਪਾਂ ਗੱਲ ਕਰਦੇ ਹਾਂ HTET। ਲਓ HTET ਵਾਲਿਆਂ ਨੇ ਫਿਰ ਇਹੀ ਪਾਤਾ, ਪਰ ਢੰਗ ਬਦਲਤਾ, ਤਰੀਕਾ ਬਦਲਤਾ। ਇਹਨਾਂ ਨੇ ਕੀ ਕਿਹਾ ਹੈਗਾ, ਵਿਚ ਆਫ ਫੋਲੋਇੰਗ ਇਜ਼ ਕਰੈਕਟ ਲੌਜੀਕਲ ਆਰਡਰ ਫਾਰ ਪ੍ਰੋਸੈਸ ਆਫ ਕ੍ਰੀਏਟੀਵਿਟੀ ਦਾ ਪ੍ਰੋਸੈਸ ਦੱਸ ਦਿਓ, ਕਹਿੰਦੇ ਕਿਹੜਾ ਹੈ। ਬਸ ਸੇਮ ਹੀ ਚੀਜ਼ ਹੈ। ਹੁਣ ਦੇਖੋ ਇਨਸਾਈਟ ਤਾਂ ਕੁਛ ਹੈ ਨਹੀਂ, ਆਉਂਦਾ ਨਹੀਂ ਇਨਸਾਈਟ ਤਾਂ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਨਹੀਂ, ਪਹਿਲੇ ਨੰਬਰ 'ਤੇ ਪ੍ਰੈਪਰੇਸ਼ਨ ਆਊਗੀ, ਆਪਸ਼ਨ ਕੱਟ ਗਈ। ਹੁਣ ਲਾਸਟ 'ਤੇ ਕੀ ਆਊਗਾ? ਵੈਰੀਫਿਕੇਸ਼ਨ, ਇਹ ਆਪਸ਼ਨ ਵੀ ਕੱਟ ਗਈ। ਵਿਚਾਲੀਆਂ 2 ਆਪਸ਼ਨਾਂ ਰਹਿ ਗਈਆਂ, ਪਹਿਲੇ ਨੰਬਰ 'ਤੇ ਪ੍ਰੈਪਰੇਸ਼ਨ ਦੋਨਾਂ 'ਚ ਹੈਗੇ ਹੈ, ਅਤੇ ਦੂਸਰੇ ਨੰਬਰ 'ਤੇ ਇਨਕਿਊਬੇਸ਼ਨ ਇਸ ਆਪਸ਼ਨ ਦੇ ਵਿੱਚ ਹੀ ਹੈ, ਠੀਕ ਹੈ। ਇਹਨਾਂ ਨੇ ਬਸ ਉੱਥੇ ਇਲੂਮੀਨੇਸ਼ਨ ਦੀ ਥਾਂ 'ਤੇ ਇਨਸਾਈਟ ਲਿਖ ਰੱਖਿਆ, ਉਹਦੇ 'ਚ ਤਾਂ ਇਹਨਾਂ ਨੇ ਲਿਖਿਆ ਚ ਆਪਾਂ ਨੂੰ ਵੀ ਉਹਦਾ ਮਤਲਬ ਇੱਕ ਤਰ੍ਹਾਂ ਸਲੈਸ਼ ਲਾ ਕੇ ਉੱਥੇ ਯਾਦ ਕਰਨਾ ਪਊਗਾ ਵੀ ਕਈ ਵਾਰ ਇਹ ਵੀ ਪਾ ਦਿੰਦੇ ਨੇ। ਤਾਂ ਇਸ ਤਰੀਕੇ ਨਾਲ ਦੋਸਤੋ ਇਹਦੇ 'ਚ 3rd ਆਪਸ਼ਨ ਸਾਡਾ ਰਾਈਟ ਆਨਸਰ ਹੋ ਗਿਆ। ਹੁਣ ਤੁਸੀਂ ਦੇਖੋ ਵੀ ਤੁਹਾਡੀ ਕਈ ਜੀ ਕਿਸਮਤ ਵੀ ਤੁਹਾਨੂੰ ਕਿਵੇਂ ਉਹ ਕੁਐਸਚਨ ਬਣਾ ਕੇ ਪਾਉਂਦੇ ਨੇ ਇਸ ਟੌਪਿਕ 'ਚੋਂ, ਹੈ ਨਾ। ਤਾਂ ਇਸ ਤਰੀਕੇ ਨਾਲ HTET ਵਾਲਿਆਂ ਨੇ ਐਵੇਂ ਪਾਇਆ ਸੀ ਕੁਐਸਚਨ, ਅਤੇ PSTET ਵਾਲਿਆਂ ਨੇ ਐਵੇਂ ਪਾਇਆ ਸੀ। ਤਾਂ ਇਸ ਤਰੀਕੇ ਨਾਲ ਉਹਨਾਂ ਦਾ ਆਪਦਾ ਇੱਕ ਢੰਗ ਹੈ। ਤੁਹਾਨੂੰ ਕਿਵੇਂ ਪਾਉਂਦੇ ਨੇ ਉਹ ਤੁਹਾਡੀ ਕਿਸਮਤ ਦੇ ਸਾਰੇ ਹੈ। ਜੇ ਵੈਰ ਬਦਲਾ ਕੱਢਣਾ ਹੋਇਆ ਉਹਨਾਂ ਨੇ ਕਿਵੇਂ ਹੀ ਪਾ ਸਕਦੇ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਸਿਰਜਣਾਤਮਕਤਾ ਦੀਆਂ ਵਿਸ਼ੇਸ਼ਤਾਵਾਂ, ਕੁਝ ਤੱਤ ਨੇ, ਕਰੈਕਟਰਿਸਟਿਕਸ ਕਹਿ ਲਓ, ਐਲੀਮੈਂਟਸ ਕਹਿ ਲਓ, ਠੀਕ ਹੈ, ਕ੍ਰੀਏਟੀਵਿਟੀ ਦੇ। ਤਾਂ ਇਸ ਦੇ ਵਿੱਚ ਦੋਸਤੋ ਇੱਕ ਇੰਪੋਰਟੈਂਟ ਚੀਜ਼ ਸਮਝਣ ਵਾਲੀ ਇਹ ਹੈ ਕਿ ਪਹਿਲਾ ਸਟੈਪ ਆਪਾਂ ਮੰਨਦੇ ਹਾਂ ਫਲੂਐਂਸੀ। ਮਤਲਬ ਜਿਹੜੀ ਕ੍ਰੀਏਟੀਵਿਟੀ ਹੈ ਉਸ ਦੇ ਲਈ ਫਲੂਐਂਸੀ ਮੋਸਟ ਇੰਪੋਰਟੈਂਟ ਹੈ। ਫਲੂਐਂਸੀ ਕੀ ਹੈ? ਮਤਲਬ ਕਿ ਤੁਹਾਡੇ ਅੰਦਰ ਜਿਹੜੇ ਆਈਡੀਆਜ਼ ਆ ਰਹੇ ਨੇ ਉਹਨਾਂ ਦੀ ਗਿਣਤੀ ਕਾਫੀ ਹੋਵੇ, ਹੈ ਨਾ, ਕਾਫੀ ਗਿਣਤੀ ਹੋਵੇ, ਮਤਲਬ ਫਲੂਐਂਸੀ ਹੋਵੇ, ਰਵਾਨਗੀ ਹੋਵੇ। ਸਿਰਫ ਇਹ ਨਹੀਂ ਹੈਗਾ ਵੀ ਬੱਚੇ ਦੇ ਵਿੱਚ ਇੱਕ ਆਈਡੀਆ ਆਇਆ ਸੀ, ਉਹੀ ਪੁਰਾਣਾ ਸੀ, ਅਤੇ ਉਸ ਨੂੰ ਵਿਸਥਾਰ ਨਹੀਂ ਬੱਚਾ ਕਰ ਪਾਇਆ, ਤਾਂ ਉਹ ਤਾਂ ਕ੍ਰੀਏਟੀਵਿਟੀ ਖਤਮ ਕਰਕੇ ਤੁਸੀਂ ਨਹੀਂ ਸਮਝ ਰਹੇ ਹੋ। ਤਾਂ ਫਲੂਐਂਸੀ ਪਹਿਲਾ ਸਟੈਪ ਹੈ। ਫਲੂਐਂਸੀ ਦੇ ਵਿੱਚ ਕੀ ਹੈ? ਰਵਾਨਗੀ ਹੋਵੇ, ਤੁਹਾਡੇ ਮਾਈਂਡ 'ਚ ਕਾਫੀ ਵਿਚਾਰ ਹੋਣ। ਇੱਕ ਵਿਚਾਰ ਆਇਆ ਨਹੀਂ ਚੱਲਿਆ, ਅਗਲਾ ਆ ਗਿਆ, ਇੱਕ ਆਇਆ ਨਹੀਂ ਤੁਸੀਂ ਪੂਰਾ ਕਰ ਪਾਏ, ਅਗਲਾ ਆ ਗਿਆ, ਮਤਲਬ ਆ ਰਹੇ ਨੇ, ਫਲੂਐਂਸੀ ਹੈ, ਠੀਕ ਹੈ, ਫਲੋ ਹੈ। ਮਤਲਬ ਇਹਨੂੰ ਮੈਂ ਇੱਦਾਂ ਹੀ ਸਮਝਦਾ ਹੁਣ ਰਵਾਨਗੀ ਨੂੰ, ਜਾਂ ਫਲੋ ਦੀ ਇੱਕ ਅਵਸਥਾ ਹੈ। ਮਤਲਬ ਕਈ ਵਾਰ ਤੁਸੀਂ ਮਤਲਬ ਤੁਹਾਡੇ ਨਾਲ ਬਣੇ ਵੀ ਤੁਸੀਂ ਮੰਨ ਕੇ ਚੱਲੋ ਕੋਈ ਸਵਾਲ ਕਰ ਰਹੇ ਹੋ, ਕੁਛ ਮਤਲਬ ਸੋਲਵ ਕਰ ਰਹੇ ਹੋ, ਆਪਦਾ ਕੋਈ ਸਬਜੈਕਟ ਪੜ੍ਹ ਰਹੇ ਹੋ, ਸਬਜੈਕਟ ਪੜ੍ਹਦੇ ਤੁਹਾਡੇ ਕੋਲ ਪਈ ਚਾਹ ਠੰਡੀ ਹੋ ਗਈ ਹੋਵੇ, ਜੇ ਤੁਹਾਡੇ ਨਾਲ ਬਣੀ ਹੈ ਤਾਂ ਇਹਦਾ ਮਤਲਬ ਤੁਹਾਡੇ 'ਚ ਫਲੂਐਂਸੀ ਸੀ, ਵੱਡੇ ਵਾਰ ਬਣੇ ਹੋਏ ਨਾਲ। ਕੀ ਹੈ ਵੀ ਆਪਣੇ ਕੋਲ ਕਈ ਵਾਰ ਚਾਹ, ਮਤਲਬ ਆਪਣੇ ਕੋਲ ਚਾਹ ਰੱਖਦੀ, ਆਪਾਂ ਨੂੰ ਮਤਲਬ ਪਤਾ ਹੀ ਨਹੀਂ ਲੱਗ ਰਿਹਾ, ਆਪਾਂ ਸਵਾਲ ਕਰੀ ਜਾ ਰਹੇ ਹਾਂ, ਆਪਾਂ ਕੁਐਸਚਨ ਪੜ੍ਹੀ ਜਾ ਰਹੇ ਹਾਂ। ਜਿਵੇਂ ਫੋਰ ਐਗਜ਼ਾਮਪਲ ਮੈਂ ਕਈ ਵਾਰ ਕਲਾਸ ਲਗਾ ਰਿਹਾ ਹੋਵਾਂ, ਵੀ ਵਿਚਾਲੇ ਕਲਾਸ ਨੂੰ ਰੋਕ ਕੇ ਚਾਹ ਪੀਣ ਦਾ ਨਹੀਂ ਸਮਾਂ ਲੱਗਦਾ, ਮਤਲਬ ਯਾਦ ਹੀ ਨਹੀਂ ਰਹਿੰਦੀ। ਫਲੂਐਂਸੀ ਹੁੰਦੀ ਹੈ ਵੀ ਆਪਾਂ ਗੱਲਾਂ ਕਰ ਰਹੇ ਹਾਂ, ਪੜ੍ਹ ਰਹੇ ਹਾਂ ਆਪਣੇ ਆਪ ਨਾਲ, ਤਾਂ ਉਹ ਫਲੂਐਂਸੀ ਹੈ।
ਤਾਂ ਉਸ ਤਰੀਕੇ ਨਾਲ ਕੀ ਹੁੰਦਾ ਜੀ, ਮਤਲਬ ਆਪਾਂ ਬਾਕੀ ਕੰਮ ਆਲੇ ਦੁਆਲੇ ਨਾਲੋਂ ਟੁੱਟ ਜਾਂਦੇ ਹਾਂ ਅਤੇ ਆਪਣੇ ਫਲੋ 'ਚ ਚਲੇ ਜਾਂਦੇ ਹਾਂ। ਉਹ ਕੀ ਹੈ, ਫਲੂਐਂਸੀ ਰਵਾਨਗੀ ਹੈ। ਤਾਂ ਆਪਣੇ ਵਿਚਾਰ ਕਾਫੀ ਮਾਤਰਾ 'ਚ ਹੋਣ, ਕਾਫੀ ਗਿਣਤੀ 'ਚ ਹੋਣ, ਉਹ ਕੀ ਹੈ, ਫਲੂਐਂਸੀ ਹੈ। ਉਸ ਤੋਂ ਬਾਅਦ ਦੂਸਰਾ ਪੁਆਇੰਟ ਆ ਜਾਂਦਾ ਨੰਬਰ 2, ਦੂਸਰਾ ਪੁਆਇੰਟ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਯਾਨੀ ਕਿ ਲਚਕਤਾ ਆਪਾਂ ਇਸ ਦੇ ਵਿੱਚ ਕਹਿ ਸਕਦੇ ਹਾਂ। ਲਚਕਤਾ ਦਾ ਮਤਲਬ ਇਹ ਹੈ ਵੀ ਤੁਹਾਡੇ ਅੰਦਰ ਜਿਹੜੇ ਵਿਚਾਰ ਆ ਰਹੇ ਨੇ, ਆਈਡੀਆਜ਼ ਆ ਰਹੇ ਨੇ, ਉਹ ਉਹਨਾਂ ਵਿੱਚ ਫਲੈਕਸੀਬਿਲਿਟੀ ਕਿੰਨੀ ਹੈ। ਮਤਲਬ ਇੱਕ ਆਈਡੀਆ ਫੇਲ ਹੋ ਗਿਆ ਤਾਂ ਦੂਸਰਾ ਉਸ ਦੇ ਅਕੋਰਡਿੰਗ ਢਲ ਸਕਦਾ ਜਾਂ ਨਹੀਂ। ਮਤਲਬ ਕਿ ਤੁਸੀਂ 4 ਤਰੀਕਿਆਂ ਨਾਲ ਸੋਚ ਰਹੇ ਹੋ, ਉਹਦੇ 'ਚ ਮਤਲਬ ਫਲੈਕਸੀਬਿਲਿਟੀ ਨੂੰ ਇੱਦਾਂ ਵੀ ਕਹਾਂਗੇ ਵੀ ਵੇਰੀਏਸ਼ਨ ਹੋਣ। ਇਹ 'ਚ ਵੇਰੀਏਸ਼ਨ ਦਾ ਇੱਕ ਪੁਆਇੰਟ ਆਪਾਂ ਫਲੈਕਸੀਬਿਲਿਟੀ ਦੇ ਵਿੱਚ ਆਊਗਾ। ਮੰਨ ਕੇ ਚੱਲੋ ਤੁਸੀਂ ਕਿਸੇ ਸਮੱਸਿਆ ਦਾ ਹੱਲ ਕੱਢ ਰਹੇ ਸੀ, ਇੱਕ ਵਿਚਾਰ ਤੁਸੀਂ ਨੇ ਸੋਚਿਆ, ਉਹ ਵਿਚਾਰ ਕਿਸੇ ਨੇ ਨਕਾਰਤਾ ਜਾਂ ਤਾਂ ਉਹ ਵਿਚਾਰ ਸਹੀ ਨਹੀਂ, ਤਾਂ ਇਹਦਾ ਮਤਲਬ ਜੇ ਤਾਂ ਤੁਹਾਡੇ 'ਚ ਕ੍ਰੀਏਟੀਵਿਟੀ ਹੈਗੀ ਹੈ, ਤੁਸੀਂ ਉਹਦੀ ਥਾਂ 'ਤੇ ਨਵਾਂ ਵਿਚਾਰ ਲੈ ਆਓਗੇ, ਕਿਉਂਕਿ ਤੁਹਾਡੇ ਅੰਦਰ ਵੈਰਾਈਟੀ ਆਫ ਆਈਡੀਆਜ਼ ਨੇ। ਆਈਡੀਆਜ਼ ਦੀ ਕੀ ਹੈ, ਵੈਰਾਈਟੀ ਹੈ, ਵੀ ਇੱਕ ਆਈਡੀਆ ਨਹੀਂ ਚੱਲਿਆ ਅਗਲਾ ਆ ਗਿਆ। ਮਤਲਬ ਇਹਦੇ ਵਿੱਚ ਤਾਂ ਗਿਣਤੀ ਸੀ, ਇਸ ਦੇ ਵਿੱਚ ਅਲੱਗ-ਅਲੱਗ ਨਹੀਂ। ਮਤਲਬ ਕਿ ਤੁਹਾਡੇ ਅੰਦਰ ਵੀ 5 ਤਰ੍ਹਾਂ ਦੇ ਆਈਡੀਏ ਨੇ, ਇਹਦੇ ਵਿੱਚ ਤਾਂ 5 ਆਈਡੀਏ ਹੋ ਸਕਦਾ ਵੀ 5 ਹੋਣ, 10 ਹੋਣ, 20 ਹੋਣ। ਇਹਦੇ 'ਚ ਮਤਲਬ ਉਹ ਅਲੱਗ-ਅਲੱਗ ਤਰ੍ਹਾਂ ਦੇ ਟਾਈਪਸ ਕਹਿ ਸਕਦੇ ਹਾਂ। ਫਲੈਕਸੀਬਿਲਿਟੀ ਦੇ 'ਚ ਇੱਕ ਤਾਂ ਟਾਈਪਸ ਆ ਗਿਆ, ਇੱਕ ਲਚਕਤਾ ਦਾ ਮਤਲਬ ਇਹ ਲੈ ਸਕਦੇ ਹਾਂ ਵੀ ਤੁਹਾਡਾ ਇੱਕ ਆਈਡੀਆ ਫੇਲ ਹੋ ਗਿਆ, ਤੁਸੀਂ ਅਗਲਾ ਆਈਡੀਆ ਕਿਵੇਂ ਚਲਾਉਣਾ ਹੈ। ਮਤਲਬ ਤੁਸੀਂ ਐਜ ਈ ਟੀਚਰ ਹੋ, ਤੁਸੀਂ ਅੱਜ ਸੋਚ ਕੇ ਕੀ ਗਏ ਹੋ ਵੀ ਮੈਂ ਬੱਚਿਆਂ ਨੂੰ 2.1 ਐਕਸਰਸਾਈਜ਼ ਪੂਰੀ ਕਰਵਾ ਦੇਵਾਂਗਾ ਮੈਥ ਦੀ, ਤੁਸੀਂ ਨੇ ਇਹ ਗੱਲ ਸੋਚ ਕੇ ਗਏ ਹੋ। ਪਰ ਉਸ ਤੋਂ ਬਾਅਦ ਤੁਸੀਂ ਜਦੋਂ ਬੱਚਿਆਂ ਨੂੰ ਜਾ ਕੇ ਕਰਾਉਣ ਲੱਗੇ ਤਾਂ ਬੱਚੇ ਨੇ ਇੱਕ ਨੇ ਸਵਾਲ ਪੁੱਛ ਲਿਆ, ਸਰ ਵੀ ਇਹ ਕਨਸੈਪਟ ਕੀ ਹੈ, ਤੁਸੀਂ ਨੇ ਉਹਦਾ ਆਨਸਰ ਦੇ ਦਿੱਤਾ। ਉਸ ਨੇ ਫਿਰ ਇਹ ਕਨਸੈਪਟ ਪੁੱਛ ਲਿਆ ਵੀ ਇਹ ਕੀ ਹੈ, ਤੁਸੀਂ ਨੇ ਉਹਦੀ ਗੈਸ ਕਰ ਲੈਣਾ। ਗੈਸ ਕੀ ਕਰ ਲੈਣਾ ਵੀ ਇਹਨਾਂ ਨੇ ਤਾਂ 1.1 ਵੀ ਧਿਆਨ ਨਾਲ ਨਹੀਂ ਕਰੀ, ਤਾਂ ਤੁਸੀਂ ਉੱਥੇ ਜੀ ਫਲੈਕਸੀਬਿਲਿਟੀ ਹੈ ਤੁਹਾਡੇ ਵਿੱਚ। ਤੁਸੀਂ ਕੀ ਕਰੋਗੇ, ਕਹੋਗੇ ਚਲੋ ਬੱਚੇ ਕੋਈ ਗੱਲ ਨਹੀਂ, ਆਪਾਂ ਅੱਜ ਫਿਰ 1.1 ਹੀ ਸਮਝਦੇ ਹਾਂ ਦੁਬਾਰੇ, ਜਦੋਂ ਸਾਰੀ ਕਲਾਸ ਨੂੰ ਆਈ ਨਹੀਂ ਰਹੀ। ਤਾਂ ਤੁਸੀਂ ਉੱਥੇ ਆਪਣਾ ਮਨ ਇੱਕਦਮ ਬਦਲਿਆ, ਕਿਉਂਕਿ ਤੁਹਾਡੇ ਅੰਦਰ ਵਿਚਾਰ ਸੀ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸੀ। ਤੁਹਾਡੇ ਅੰਦਰ ਇਹ ਵੀ ਤਾਂ ਵਿਚਾਰ ਹੈਗੇ ਸੀ ਵੀ ਬੱਚਿਆਂ ਨੂੰ ਪੜ੍ਹਾਉਣਾ ਹੈ, ਚਾਹੇ 2.2 ਕਰਵਾ ਕੇ ਇਹਨਾਂ ਨੂੰ ਅੱਗੇ ਸਿਲੇਬਸ ਤੋਰਾਂ ਜਾਂ ਫਿਰ ਪਿਛਲਾ ਕਨਸੈਪਟ ਕਲੀਅਰ ਕਰਵਾਵਾਂ। ਮਤਲਬ ਤੁਹਾਡੇ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਸੀ, ਉਸ ਦੇ ਬੇਸ 'ਤੇ ਤੁਸੀਂ ਨੇ ਕੀਤਾ ਫਲੈਕਸੀਬਿਲਿਟੀ ਇੱਕ ਮਤਲਬ ਐਲੀਮੈਂਟ ਨੂੰ ਯੂਜ਼ ਕੀਤਾ ਹੈ। ਇਸ ਤੋਂ ਬਾਅਦ ਤੀਸਰਾ ਪੁਆਇੰਟ ਆ ਜਾਂਦਾ ਹੈ ਓਰੀਜਨੈਲਿਟੀ, ਮਤਲਬ ਮੌਲਿਕਤਾ ਹੋਵੇ। ਜੋ ਬੱਚੇ ਦੇ ਵਿੱਚ ਆਈਡੀਆ ਆ ਰਹੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਵੇ। ਨੰਬਰ 2 ਵੈਰਾਈਟੀ ਜ਼ਿਆਦਾ ਹੋਵੇ। ਨੰਬਰ 3 ਉਹਨਾਂ ਦੇ ਵਿੱਚ ਓਰੀਜਨੈਲਿਟੀ ਹੋਵੇ, ਮੌਲਿਕਤਾ ਹੋਵੇ। ਕਹਿਣ ਦਾ ਭਾਵ ਜੋ ਬੱਚੇ ਨੇ ਆਈਡੀਆ ਸੋਚਿਆ ਇਹ ਨਾ ਹੋਵੇ ਵੀ ਉਹ ਆਈਡੀਆ ਪਹਿਲਾਂ ਵੀ 100 ਜਣੇ ਸੋਚੀ ਬੈਠੇ ਨੇ, ਉਹ ਆਈਡੀਆ ਤਾਂ ਪੁਰਾਣਾ ਹੋ ਰਿਹਾ। ਮਤਲਬ ਇੱਦਾਂ ਨਾ ਹੋਵੇ ਉਹ ਪਹਿਲੀ ਵਾਰ ਕਿਸੇ ਨੇ ਸੁਣਿਆ ਹੋਵੇ, ਮਤਲਬ ਆਪਾਂ ਕਹਿੰਦੇ ਵੀ ਇਹ ਤਾਂ ਯਾਰ ਨਵੀਂ ਚੀਜ਼ ਹੈ, ਪਹਿਲੀ ਵਾਰ ਸੁਣੀ ਹੈ। ਤਾਂ ਉਹ ਕੀ ਓਰੀਜਨੈਲਿਟੀ ਹੈ, ਮੌਲਿਕਤਾ ਹੈ। ਓਰੀਜਨੈਲਿਟੀ ਦਾ ਮਤਲਬ ਮੌਲਿਕਤਾ, ਮਤਲਬ ਕਿ ਮੂਲ ਰੂਪ ਵਿੱਚ ਉਹ ਤੁਸੀਂ ਨਹੀਂ ਉਹ ਚੀਜ਼ ਕ੍ਰੀਏਟ ਕੀਤੀ ਹੈ। ਮੰਨ ਕੇ ਚੱਲੋ ਤੁਸੀਂ ਕੋਈ ਐਗਜ਼ਾਮਪਲ ਤਿਆਰ ਕਰ ਰਹੇ ਹੋ, ਉਹ ਐਗਜ਼ਾਮਪਲ ਜੇ ਹਰੇਕ ਟੀਚਰ ਉਹੀ ਐਗਜ਼ਾਮਪਲ ਦਿੰਦਾ ਹੈ ਤਾਂ ਉਹ ਤੁਹਾਡੀ ਓਰੀਜਨੈਲਿਟੀ ਹੀ ਨਹੀਂ ਉਹਦੇ 'ਚ। ਸਮਝ ਰਹੇ ਵੀ ਤੁਹਾਡਾ ਕੁਛ ਉਹਦੇ 'ਚ ਐਡ ਹੋਇਆ ਹੋਵੇ। ਅਤੇ ਇਹਨੂੰ ਆਪਾਂ ਇੱਦਾਂ ਵੀ ਸਮਝ ਸਕਦੇ ਹਾਂ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਮਤਲਬ ਰੀਅਲਟੀ ਨਾਲ ਰਿਲੇਟ ਕਰਦੀ ਹੋਵੇ। ਸਮਝ ਗਏ, ਜਿਵੇਂ ਆਪਾਂ ਨੇ ਉਹਦੇ ਵਾਲੀ ਉਦਾਹਰਨ ਦਿੱਤੀ ਸੀ ਤੁਹਾਨੂੰ ਵੀ ਕਿਸੇ ਨੇ ਮੋਬਾਇਲ ਦੀ ਖੋਜ ਕੀਤੀ, ਇੰਟਰਨੈਟ ਦੀ ਖੋਜ ਕੀਤੀ, ਵੀ ਕ੍ਰੀਏਟੀਵਿਟੀ ਹੈ। ਪਰ ਹੁਣ ਤੁਸੀਂ ਸੋਚੋ ਵੀ ਜੇ ਉਸ ਸਮੇਂ ਕੋਈ ਕਹਿੰਦਾ ਵੀ ਮੈਂ ਧਰਤੀ 'ਚੋਂ ਪਾਣੀ ਕੱਢਣਾ ਹੈ, ਤਾਂ ਪਾਣੀ ਤਾਂ ਪਹਿਲਾਂ ਵੀ ਨਲਕੇ ਰਾਹੀਂ ਲੋਕ ਕੱਢੀ ਜਾਂਦੇ ਸੀ। ਸਮਝ ਗਏ ਵੀ ਉਹ 'ਚ ਕ੍ਰੀਏਟੀਵਿਟੀ ਕੀ ਸੀ। ਕ੍ਰੀਏਟੀਵਿਟੀ ਕੀ ਸੀ ਵੀ ਕਿਸੇ ਨੇ ਕਿਹਾ ਵੀ ਤੁਹਾਨੂੰ ਇੱਥੇ ਨਲਕਾ ਦੇ ਵਿੱਚ ਸਰੀਆ ਪਾ ਕੇ ਹੇਠਾਂ ਤੋਂ ਖਿੱਚਣਾ ਨਹੀਂ ਪਊਗਾ ਪਾਣੀ, ਵੀ ਆਪਣੇ ਆਪ ਮੋਟਰ ਬਾਹਰ ਪਾਣੀ ਨੂੰ ਕੱਢੂਗੀ। ਤਾਂ ਉਹ ਇੱਕ ਕੀ ਸੀ, ਓਰੀਜਨੈਲਿਟੀ ਸੀ। ਵੀ ਕਿਸੇ ਨੇ ਨਹੀਂ ਸੁਣਿਆ ਸੀ, ਉਹ ਸੋਚਿਆ ਯਾਰ ਲੋਕਾਂ ਨੇ ਵਧੀਆ ਗੱਲ ਹੈ, ਸਮਰਸੀਬਲ ਮੋਟਰਸ ਆਈਆਂ, ਤਾਂ ਉਹ ਕਿਸੇ ਨੇ ਸੋਚਿਆ ਯਾਰ ਵਧੀਆ ਚੀਜ਼ ਹੈ। ਸਮਝ ਗਏ, ਤਾਂ ਉਹ ਕੀ ਹੈ, ਓਰੀਜਨੈਲਿਟੀ ਇੱਕ ਨਵੀਂ ਚੀਜ਼ ਹੈ। ਨਵੀਂ ਕਹਿ ਸਕਦੇ ਹਾਂ, ਓਰੀਜਨੈਲਿਟੀ 'ਚ ਨਵੀਂ ਕਹਿ ਸਕਦੇ ਹਾਂ, ਮੌਲਿਕਤਾ ਕਹਿ ਸਕਦੇ ਹਾਂ। ਮਤਲਬ ਉਹ ਪਹਿਲਾਂ ਕਿਸੇ ਨੇ ਨਹੀਂ ਕੀਤੀ, ਤੁਸੀਂ ਉਸ ਨੂੰ ਪਹਿਲੀ ਵਾਰ ਕਹਿ ਸਕਦੇ ਹਾਂ ਖੋਜੀ ਹੈ। ਇਸ ਤੋਂ ਬਾਅਦ ਨੰਬਰ 4 ਇਲੈਬੋਰੇਸ਼ਨ, ਵਿਸਤਾਰ ਕਰਨਾ। ਜੋ ਤੁਸੀਂ ਨੇ ਆਈਡੀਆ ਸੋਚਿਆ ਸੀ, ਕਾਫੀ ਮਾਤਰਾ 'ਚ ਕਾਫੀ ਆਈਡੀਆ ਸੋਚੇ ਸੀ, ਉਹ ਅਲੱਗ-ਅਲੱਗ ਤਰ੍ਹਾਂ ਸੀ, ਉਹਨਾਂ ਵਿੱਚ ਲਚਕਦਾ ਸੀ, ਅਲੱਗ-ਅਲੱਗ ਵਰਾਇਟੀ ਸੀ। ਨੰਬਰ 3 ਉਹ ਮਤਲਬ ਮੌਲਿਕਤਾ ਵੀ ਉਹਦੇ 'ਚ। ਨੰਬਰ 4 ਤੁਸੀਂ ਉਸ ਨੂੰ ਐਕਸਪਲੇਨ ਵੀ ਕਰ ਪਾਓ। ਮੰਨ ਕੇ ਚੱਲੋ ਕਿਸੇ ਨੇ ਆਈਡੀਆ ਤਾਂ ਸੋਚਿਆ ਹੈ, ਉਹ ਇਹ ਨਾ ਹੋਵੇ ਮੈਂ ਤਾਂ ਸਿਰਫ ਆਈਡੀਆ ਦੇ ਦਿੱਤਾ, ਅੱਗੇ ਤੁਹਾਡਾ ਕੰਮ ਹੈ ਤੁਸੀਂ ਦੇਖ ਲਓ ਵੀ ਇਹ ਆਈਡੀਆ ਉਹ ਸਹੀ ਹੈ ਜਾਂ ਨਹੀਂ। ਤੁਸੀਂ ਉਹਨੂੰ ਐਕਸਪਲੇਨ ਵੀ ਕਰੋ, ਇਲੈਬੋਰੇਟ ਕਰੋ, ਉਹਨੂੰ ਵਿਸਥਾਰ ਦਿਓ ਵੀ ਇੱਦਾਂ ਕਰਕੇ ਇਹ ਕੀਤਾ ਜਾ ਸਕਦਾ ਹੈ। ਜਿਵੇਂ ਹੁਣ ਕਿਸੇ ਨੇ ਮਤਲਬ ਜਿਵੇਂ ਮੈਂ ਮੋਟਰ ਵਾਲੀ ਐਗਜ਼ਾਮਪਲ ਦਿੱਤੀ ਤੁਹਾਨੂੰ, ਕਿਸੇ ਨੇ ਕਿਹਾ ਹੋਣਾ ਵੀ ਮੋਟਰ ਐਂ ਪਾਣੀ ਬਾਹਰ ਕੱਢੂਗੀ, ਤਾਂ ਉਹ ਕ੍ਰੀਏਟੀਵਿਟੀ ਸੀ। ਤਾਂ ਕਿਸੇ ਨੇ ਸਿਰਫ ਇਹ ਕਹਿ ਕੇ ਥੋੜ੍ਹੀ ਚੁੱਪ ਕਰ ਗਿਆ, ਉਹਨੇ ਦੱਸਿਆ ਵੀ ਹੁਣ ਵੀ ਇਹਨੂੰ ਲਾਈਟ ਨਾਲ ਜੋੜਨਾ ਪਊਗਾ, ਇਸ ਦੇ ਵਿੱਚ ਇੱਦਾਂ ਪਾਈਪ ਲਗਾਉਣੀ ਪਊਗੀ, ਇਹ ਪਾਈਪ ਐਵੇਂ ਵਿੱਚ ਵੀ ਡਿੱਗ ਸਕਦੀ ਹੈ, ਇਹ ਤਰੀਕੇ ਵਰਤਣੇ ਪੈਣਗੇ, ਇਹ ਇਸ ਦੇ ਗੁੱਡ ਪੁਆਇੰਟ ਨੇ, ਇਹ ਇਸ ਦੇ ਬੈਡ ਪੁਆਇੰਟ ਨੇ, ਇੰਨਾ ਖਰਚਾ ਆਊਗਾ, ਇਹ ਖਰਚ ਵਧੂਗਾ, ਇਹ ਚੀਜ਼ ਦਾ ਖਰਚ ਘਟੂਗਾ। ਤਾਂ ਉਸ ਨੂੰ ਇਲੈਬੋਰੇਟ ਕਰ ਰਹੇ ਨੇ, ਉਸ ਨੂੰ ਵਿਸਥਾਰ ਕਰ ਰਹੇ ਨੇ। ਮਤਲਬ ਕਿ ਸਿਰਫ
ਗੱਲ ਕਰਕੇ ਨਹੀਂ ਛੱਡਿਆ, ਉਸ ਨੂੰ ਸਿਰੇ ਤੱਕ ਨਿਭਾ ਰਹੇ ਨੇ। ਠੀਕ ਹੈ, ਮਤਲਬ ਇਹ ਕੁਝ ਪੁਆਇੰਟ ਸੀ। ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ। ਇਹ 4 ਪੁਆਇੰਟ ਕ੍ਰੀਏਟੀਵਿਟੀ ਦੇ ਨੇ। ਇਹਨਾਂ ਨੂੰ ਐਲੀਮੈਂਟ ਵੀ ਕਹਿ ਸਕਦੇ ਹਾਂ ਜਾਂ ਫਿਰ ਆਪਾਂ ਕਰੈਕਟਰਿਸਟਿਕਸ ਕਹਿ ਸਕਦੇ ਹਾਂ ਕ੍ਰੀਏਟੀਵਿਟੀ ਦੀਆਂ। ਪਰ ਇਸ ਤੋਂ ਬਾਅਦ ਆਪਾਂ ਇੱਕ ਹੋਰ ਕੁਐਸਚਨ ਦੇਖਦੇ ਹਾਂ ਜੋ HTET ਵਾਲਿਆਂ ਨੇ ਕੁਝ ਇਸ ਤਰੀਕੇ ਨਾਲ ਪਾਇਆ ਹੈ। HTET ਵਾਲਿਆਂ ਨੇ ਪੁੱਛ ਲਿਆ ਵਿਚ ਆਫ ਫੋਲੋਇੰਗ ਇਜ਼ ਨੋਟ ਕਰੈਕਟਰਿਸਟਿਕ ਆਫ ਕ੍ਰੀਏਟੀਵਿਟੀ, ਮਤਲਬ ਕਿ ਕ੍ਰੀਏਟੀਵਿਟੀ ਦੀ ਇਹਨਾਂ 'ਚੋਂ ਕਿਹੜੀ ਵਿਸ਼ੇਸ਼ਤਾ ਨਹੀਂ ਹੈ। ਇਹ ਇਸ ਦਾ ਮੀਨਿੰਗ ਹੈ। ਓਰੀਜਨੈਲਿਟੀ ਆਪਾਂ ਬਹੁਤ ਯਾਰ ਕਾਫੀ ਇੰਨੇ ਮਿੰਟ ਲਾ ਕੇ ਪੜ੍ਹੇ ਹੈ, ਇਹ ਤਾਂ ਤੁਸੀਂ ਕਰੇ ਦਓਗੇ। ਫਲੈਕਸੀਬਿਲਿਟੀ ਯੈਸ, ਫਲੂਐਂਸੀ ਯੈਸ, ਇਹ ਨਹੀਂ ਆਪਾਂ ਨੇ ਕਿਤੇ ਪੜ੍ਹੀ। ਠੀਕ ਹੈ, ਰਿਜਿਡਿਟੀ ਨਹੀਂ ਆਪਾਂ ਨੇ ਕਿਤੇ ਪੜ੍ਹੀ। ਇਹਦਾ ਮਤਲਬ ਹੁੰਦਾ ਰੋਕ। ਜੇ ਕਹਿੰਦੇ ਨੇ ਇਹਦਾ ਮਨ ਤਾਂ ਜਮੀ, ਇਹ ਤਾਂ ਮਤਲਬ ਦਿਮਾਗ ਕੰਮ ਛੱਡ ਰਿਹਾ, ਮਤਲਬ ਰੋਕ ਹੈ ਇਹਦੇ ਵਿੱਚ। ਜਿਵੇਂ ਉਹ ਵੀ ਨਾ ਇਹ 'ਚ ਵੀ ਕੋਈ ਵਿਚਾਰ ਆਵੇ ਨਾ ਜਾਵੇ, ਇਹ ਤਾਂ ਉਹ ਗੱਲ ਜੀ ਹੋ ਗਈ। ਤਾਂ ਇਹ ਇੱਕ ਨੈਗੇਟਿਵ ਪੁਆਇੰਟ ਹੈ। ਇਹ ਕੀ ਹੈ, ਕ੍ਰੀਏਟੀਵਿਟੀ ਦੀ ਵਿਸ਼ੇਸ਼ਤਾ ਨਹੀਂ ਹੈ, ਨੋਟ ਕਰੈਕਟਰਿਸਟਿਕ ਆਫ ਕ੍ਰੀਏਟੀਵਿਟੀ। ਠੀਕ ਹੈ, ਮਤਲਬ ਇੱਕ ਜਿਵੇਂ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਇਹ ਤਾਂ ਨੈਗੇਟਿਵ ਬੰਦਾ ਹੈ, ਵੀ ਇਹਦੇ ਮਤਲਬ ਵਿਚਾਰ ਨਾ ਕੋਈ ਦਿਮਾਗ 'ਚ ਜਾਂਦਾ ਨਾ ਆਉਂਦਾ, ਹੈ ਨਾ, ਮਤਲਬ ਇੱਕ ਸਥਿਰ ਜਿਹੀ ਚੀਜ਼ ਹੈ, ਹੈ ਨਾ, ਇਹ ਤਾਂ ਇੱਦਾਂ ਕਹਿ ਸਕਦੇ ਹਾਂ। ਤਾਂ ਇਸ ਤੋਂ ਬਿਨਾਂ ਆਪਾਂ ਨੇ ਓਰੀਜਨੈਲਿਟੀ, ਫਲੈਕਸੀਬਿਲਿਟੀ, ਫਲੂਐਂਸੀ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਤਾਂ ਦੋਸਤੋ ਇਸ ਤਰੀਕੇ ਨਾਲ ਅੱਜ ਦੀ ਆਪਣੀ ਕਲਾਸ ਹੈ ਜਿਹੜੀ ਇਹ ਸਮਾਪਤ ਹੁੰਦੀ ਹੈ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਾਸਟ ਵਿੱਚ ਇੱਕ ਵਾਰ ਜ਼ਰੂਰ ਦੱਸੋ ਵੀ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਥੈਂਕ ਯੂ ਸੋ ਮੱਚ।